ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਘੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਅਸੀਂ ਆ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਤੋਂ ਤੇ ਅੱਜ ਅਸੀਂ ਸੋਚਿਆ ਇਸ ਤੋਂ ਪਹਿਲਾਂ ਦਿਨ ਨੂੰ ਕਰੀਏ ਐਂਡ, ਕਿਉਂਕਿ ਥਕਾਵਟ ਬਹੁਤ ਹੋਈ ਸੀ ਦਰਬਾਰ ਸਾਹਿਬ ਤੋਂ ਆ ਕੇ। ਕਿ ਦੋਹਾਂ ਦੇ ਜਿਹੜੇ ਇਨਬਾਕਸਿਸ ਨੇ ਉਹ ਬੜੇ ਯੰਗਸਟਰਾਂ ਵੱਲੋਂ ਜਿਹੜੇ ਕੁਐਸਚਨਸ ਜ਼ਿਆਦਾਤਰ ਪੁੱਟ ਕੀਤੇ ਜਾ ਰਹੇ ਨੇ। ਕੋਈ ਤਾਂ ਮਤਲਬ ਸੁਸਾਈਡ ਕਰਨ ਦੀ ਉਹ ਗੱਲ ਕਰ ਰਿਹਾ ਹੈ, ਕੋਈ ਕਹਿ ਰਿਹਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਰੱਖੀ ਹੈ, ਕੋਈ ਕਹਿ ਰਿਹਾ ਜੀ ਮੇਰੇ ਕੋਲ ਕੁਝ ਕਰਨ ਨੂੰ ਨਹੀਂ ਹੈਗਾ। ਔਰ ਈਵਨ ਕਿ ਮਨਵੀਤ ਹੁਣੇ ਦੱਸ ਰਹੀ ਸੀ, ਕਹਿੰਦੇ ਬੱਚਿਆਂ ਦੇ ਪੇਪਰ ਚੱਲ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਨਫਿਊਜ਼ ਹੋ ਰੱਖੇ ਨੇ ਬੇਸਿਕਲੀ। ਕਿਉਂਕਿ ਨਾ ਮੈਨੂੰ ਰੀਸੈਂਟ ਹੋਇਆ ਵੀ ਹੈ ਹੁਣੇ ਜਿਹੜੀਆਂ ਕਨਵਰਸੇਸ਼ਨਸ ਹੋਈਆਂ ਨੇ ਕਿ ਇਦਾਂ ਲੱਗਦਾ ਹੈ ਕਿ ਸ਼ਾਇਦ ਅਸੀਂ ਇੱਕ ਐਗਜ਼ਾਮ 'ਚੋਂ ਫੇਲ ਹੋ ਗਏ ਤਾਂ ਸ਼ਾਇਦ ਅਸੀਂ ਫੇਲੀਅਰ ਹੋ ਗਏ, ਤੇ ਜਾਂ ਫਿਰ ਅਸੀਂ ਇਦਾਂ ਕਰ ਰਹੇ ਹਾਂ ਕਿ ਸਾਡਾ ਗੋਲ ਇਹ ਸੀਗਾ ਪਰ ਅਸੀਂ ਉੱਥੇ ਪਹੁੰਚ ਨਹੀਂ ਪਾ ਰਹੇ ਹਾਂ, ਸਾਨੂੰ ਸਮਝ ਨਹੀਂ ਆ ਰਿਹਾ ਕਿਵੇਂ ਕੀ ਕਰੀਏ। ਸੋ ਦ ਰੀਜ਼ਨ ਅੱਜ ਅਸੀਂ ਇਹ ਟੌਪਿਕ ਲੈ ਕੇ ਆਏ ਹਾਂ ਤੁਹਾਡੇ ਲਈ। ਅਸੀਂ ਤੁਹਾਨੂੰ ਕੋਈ ਮੋਟੀਵੇਸ਼ਨ ਨਹੀਂ ਦੇਣੀ, ਅਸੀਂ ਤੁਹਾਨੂੰ ਦੱਸਣਾ ਆਪਣਾ ਐਕਸਪੀਰੀਅੰਸ। ਆਪਣਾ ਐਕਸਪੀਰੀਅੰਸ ਅਸੀਂ ਕਿਉਂ ਦੱਸਣਾ ਹੈ? ਜਿਹੜੇ ਵੀ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਬੇਸਿਕ ਆਈਡੀਆ ਹੈ, ਬਟ ਅਸੀਂ ਤੁਹਾਨੂੰ ਆਪਣੀ ਇੱਕ ਸਟਰਗਲ ਸਟੋਰੀ ਦੱਸ ਦਿੰਦੇ ਆ ਜਿਹਦੇ ਨਾਲ ਹੋ ਸਕਦਾ ਹੈ ਪੋਸਿਬਿਲਿਟੀ ਕਿ ਅਗਰ ਤੁਸੀਂ ਸੁਣੋ ਤੁਸੀਂ ਰਿਲੇਟ ਕਰ ਪਾਓ। ਹੋ ਸਕਦਾ ਤੁਹਾਨੂੰ ਇਹ ਲੱਗੇ ਕਿ ਯਾਰ ਵਾਕਈ ਹੀ ਕਿ ਜ਼ਿੰਦਗੀ ਦੇ ਵਿੱਚ ਆਬਸਟੈਕਲਸ ਨੇ ਉਹ ਹਰ ਬੰਦੇ ਦਾ ਮਤਲਬ ਹਰ ਜ਼ਿੰਦਗੀ ਦੇ ਵਿੱਚ ਹਰ ਬੰਦੇ ਦੀ ਜ਼ਿੰਦਗੀ ਦਾ ਪਾਰਟ ਬਣੇ ਹੋਏ ਨੇ। ਸੋ ਕਿਤੇ ਨਾ ਕਿਤੇ ਬੈਕ ਐਂਡ ਖਿੱਚਿਆ ਜਾਊਗਾ, ਤੁਹਾਨੂੰ ਬਹੁਤ ਤਰ੍ਹਾਂ ਦੇ ਹਾਲਾਤ ਬਣਨਗੇ, ਲੇਕਿਨ ਸਾਡਾ ਕੰਮ ਆ ਕਿ ਉਹਨੂੰ ਟੱਪਣਾ। ਸੋ ਸ਼ੁਰੂ ਕਰਦੇ ਹਾਂ ਜੀ ਜਾਨਜੀ ਦੀ ਜਰਨੀ ਨਾਲ, ਉਹ ਵੀ ਪ੍ਰੋਫੈਸ਼ਨਲ ਕੈਰੀਅਰ ਨਾਲ। ਸੋ ਜਾਨਜੀ ਤੁਸੀਂ ਮੈਨੂੰ ਦੱਸੋ, ਮਤਲਬ ਸਾਰਿਆਂ ਨੂੰ ਔਰ ਮੈਨੂੰ ਵੀ ਥੋੜਾ ਜ਼ਿਆਦਾ ਡਿਟੇਲ ਵਿੱਚ ਦੱਸੋ ਕਿ ਜਦੋਂ ਤੁਸੀਂ ਆਪਣੀ ਡਿਗਰੀ ਕਰ ਲਈ ਤਾਂ ਤੁਹਾਡੇ ਮਾਈਂਡ ਵਿੱਚ ਕੀ ਆਇਆ ਸੀ ਉਸ ਤੋਂ ਬਾਅਦ ਕਿ ਡਿਗਰੀ ਕਰ ਲਈ ਹੁਣ ਤਾਂ ਬਾਬਾ ਬੰਦਾ ਡਿਗਰੀ ਸਿੰਘ ਕਰਨ ਤੋਂ ਬਾਅਦ ਕਾਲਜ। ਮੇਰੇ ਤਾਂ ਦਿਮਾਗ 'ਚ ਸਭ ਤੋਂ ਪਹਿਲੀ ਗੱਲ ਇਹ ਆਈ ਸੀ ਕਿ ਜੀ ਜੋ ਡਿਗਰੀ ਕਰ ਲਈ ਹੁਣ ਮੈਂ ਬਾਹਰ ਜਾਣਾ ਹੈ, ਟੂ ਬੀ ਫ੍ਰੈਂਕਲੀ ਸਪੀਕਿੰਗ। ਤੇ ਲੇਕਿਨ ਅਚਾਨਕ ਜੋ ਕੀ ਕਿ ਹੋਇਆ, ਆਲਮੋਸਟ ਆਈ ਥਿੰਕ ਸਾਰੇ ਮੁੰਡਿਆਂ ਦੇ ਇਸ ਟਾਈਮ। ਅਸੀਂ ਕੱਲ ਇੱਕ ਡਰਾਈਵ ਤੇ ਗਏ ਸੀਗੇ ਜੀ ਫਤਿਹਗੜ੍ਹ ਸਾਹਿਬ ਜਾਂਦੀ, ਜਿੱਥੇ ਮੈਂ ਕੱਲ ਗਈ ਫਤਿਹਗੜ੍ਹ ਸਾਹਿਬ। ਅਸੀਂ ਇੰਪਲੋਇਮੈਂਟ ਐਕਸਚੇਂਜ ਵਿੱਚ ਗਏ ਕਿ ਇੱਥੇ ਆਪਣਾ CV ਦਿਓ ਤੇ ਗਵਰਨਮੈਂਟ ਇਨੀਸ਼ੀਏਟਿਵ ਲੈ ਰਹੀ ਹੈ ਕਿ ਜੌਬਸ ਦਵਾਉਣ ਦਾ। ਉੱਥੇ ਜਦੋਂ ਮੁੰਡੇ ਬੈਠੇ ਸੀਗੇ ਸਾਰੇ, ਠੀਕ ਹੈ, ਮਤਲਬ ਕੁੜੀਆਂ ਮੁੰਡੇ ਮਿਕਸਚਰ ਬੈਠੇ ਸੀਗੇ, ਤੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਕਿ ਕੀ ਕਰਨ ਵਾਲੇ ਆ, ਤੇ ਮੈਂ ਕਿਹਾ ਜਿਹੜੇ ਇੰਟਰਸਟਿਡ ਨੇ ਬਸ ਉਹੀ ਰਹੋ, ਬਾਕੀ ਚਲੇ ਜਾਓ। ਸਾਰੇ ਮੁੰਡੇ ਉੱਠ ਕੇ ਚਲੇ ਗਏ ਜਾਨ। ਮੈਂ ਕਿਹਾ ਇਹਨਾਂ ਨੇ ਪੱਕਾ ਬਾਹਰ ਜਾਣਾ ਹੈ। ਔਰ ਇਹਦਾ ਹੋਇਆ ਵੀ ਨਹੀਂ। ਜਦੋਂ ਅਸੀਂ ਮਤਲਬ ਸਾਡਾ 15 ਜਣਿਆਂ ਦਾ ਸਰਕਲ ਸੀ, ਤੁਸੀਂ ਮੰਨੋਗੇ ਨਹੀਂ ਦੋਸਤੋ, 14 ਜਣੇ ਬਾਹਰ ਨੇ ਇਸ ਟਾਈਮ। ਅਸੀਂ ਕਾਲਜ ਵਿੱਚ 15 ਜਣੇ ਇਕੱਠੇ ਰਹੇ ਹਾਂ, ਹਰ ਚੀਜ਼ ਵਿੱਚ ਇਕੱਠੇ ਰਹੇ ਹਾਂ। ਹਰ ਬੰਦੇ ਨੇ ਹੀ ਸੋਚਿਆ ਸੀਗਾ ਕਿ ਅਸੀਂ ਬਾਹਰ ਜਾਣਾ ਹੈ, ਤੇ 14 ਜਣੇ ਦੇਖੋ ਬਾਹਰ ਹੀ ਗਏ ਨੇ। ਤੇ ਮੈਂ ਵੀ ਆਪਣੇ ਮਨ ਦੇ ਵਿੱਚ ਇਹੀ ਸੋਚਿਆ ਸੀਗਾ ਕਿ ਮੈਂ ਵੀ ਬਾਹਰ ਹੀ ਜਾਊਂਗਾ। ਲੇਕਿਨ ਅਚਾਨਕ ਘਰ ਦੇ ਹਾਲਾਤ ਬਦਲੇ। ਜਦੋਂ ਘਰ ਦੇ ਹਾਲਾਤ ਬਦਲੇ ਤਾਂ ਮੇਰੇ ਲਈ ਉਸ ਟਾਈਮ ਜੌਬ ਕਰਨਾ ਨੈਸੈਸਰੀ ਬਣ ਗਿਆ ਮਨਵੀਰ। ਤਾਂ ਮੈਨੂੰ ਕੋਈ ਨਾ ਕੋਈ ਜੌਬ ਕਰਨੀ ਪਏਗੀ। ਕਰਨਾ ਨਹੀਂ ਉਸ ਟਾਈਮ ਚਾਹੁੰਦੇ ਸੀ, ਬਟ ਤੁਹਾਨੂੰ ਲੱਗਿਆ ਕਿ ਹੁਣ ਮੈਨੂੰ ਕਰਨੀ। ਤੁਸੀਂ ਮੰਨੋਗੇ ਨਹੀਂ, ਮੈਂ ਚੰਡੀਗੜ੍ਹ ਦੇ ਵਿੱਚ, ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਮੈਂ ਕਿਸੇ ਕੰਸਲਟੈਂਟ ਕੋਲ ਗਿਆ, ਉਹਨੇ ਮੇਰੇ ਤੋਂ 500 ਰੁਪਇਆ ਫੀਸ ਲਿੱਤੀ ਤੇ ਉਹਨੇ ਮੈਨੂੰ ਕਿਹਾ ਕਿ ਮੈਂ ਤੇਰੇ ਇੰਟਰਵਿਊਜ਼ ਕਰਾਉਂਗੀ। ਲੜਕੀ ਨੇ ਕਿਹਾ ਕਿ ਮੈਂ ਤੇਰੇ ਇੰਟਰਵਿਊਜ਼ ਕਰਾਉਂਗੀ ਤੇ ਜਿੱਥੇ ਮੈਂ ਤੈਨੂੰ ਭੇਜੂਗੀ ਤੂੰ ਉੱਥੇ ਚੱਲਦਾ ਰਹੀਂ। ਮੈਂ ਇੱਕ IT ਕੰਪਨੀ ਦੇ ਵਿੱਚ ਗਿਆ ਜੀ, ਉੱਥੇ ਮੈਂ ਰਿਜੈਕਟ ਹੋ ਗਿਆ। ਤੇ ਪ੍ਰੋਪਰਟੀ ਡੀਲਰ ਨਹੀਂ ਹੁੰਦੇ, ਉਹਨਾਂ ਨੇ ਮੁੰਡੇ ਨਹੀਂ ਰੱਖਣੇ ਹੁੰਦੇ ਕਿ ਫੋਨ ਕਾਲਿੰਗ ਕਰਨ ਵਾਸਤੇ। ਮੈਂ ਉੱਥੇ ਗਿਆ ਦੋਸਤੋ, ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਤੇਰੀ ਜਿਹੜੀ ਜੌਬ ਹੋਗੀ ਉਹ 9 ਤੋਂ 7 ਹੋਊਗੀ। ਪਹਿਲਾਂ ਹੀ ਦੱਸਤਾ ਉਹਨਾਂ ਨੇ। ਮੈਂ ਪਿੰਡੋਂ ਆਉਣਾ ਹੁੰਦਾ ਸੀ, 9 ਤੋਂ 7 ਹੋਣੀ। ਮੈਂ ਕਿਹਾ ਠੀਕ ਹੈ ਜੀ। 9 ਤੋਂ 7 ਵਾਲੀ ਜੌਬ ਸੀ, ਤੁਸੀਂ ਲਿੱਤੀ ਕਿ ਨਾ? ਉਹ ਮੈਂ ਲਈ ਨਹੀਂ ਹੈਗੀ। ਮੈਂ ਕਿਹਾ ਯਾਰ ਇਹ ਤਾਂ ਬੜਾ ਕੰਮ ਖਰਾਬ ਆ, ਵੀ ਨਹੀਂ ਹਨਾ, ਇਹ ਨਹੀਂ ਕਰਨਾ, ਵੀ ਹੋਰ ਪਾਸੇ ਟਰਾਈ ਕਰਦਾ। ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਦੋਸਤੋ ਮੈਂ ਟਰਾਈ ਕੀਤਾ ਆਪਣਾ ਕਿ ਯਾਰ ਉੱਥੇ ਕਿਤੇ ਨਾ ਕਿਤੇ ਦੇਖਦਾ ਕਿ ਕੀ ਪਤਾ ਕੁਝ ਬਣ ਜਾਵੇ। ਉੱਥੇ ਮਨਵੀਤ ਔਖੀ ਸੌਖੀ ਮਿਲ ਗਈ ਜੀ ਜੌਬ, ਕਿਉਂਕਿ ਤਾਜੀ ਡਿਗਰੀ ਕਰਕੇ ਹਟੇ ਸੀ। ਉਹਨਾਂ ਨੂੰ ਇਹੋ ਜਿਹੇ ਮੁੰਡੇ ਚਾਹੀਦੇ ਹੁੰਦੇ ਨੇ ਕਿ ਕਾਲਜ ਤੋਂ ਪੜ੍ਹ ਕੇ ਆਏ ਨੇ, ਕਾਲਜ ਦਾ ਵੇਰਵਾ ਪਤਾ ਹੈ ਇਹਨਾਂ ਨੂੰ। ਤਾਂ ਉਦੋਂ ਪਹਿਲੀ ਜੌਬ ਲੱਗੀ ਸੀਗੀ ਨੀਅਰ ਅਬਾਊਟ, ਜਿਵੇਂ ਤੂੰ ਸੱਚ ਪੁੱਛੋ, ਕੱਟ ਕਟਾ ਕੇ ਜਿਹੜੇ ਪੈਸੇ ਆਉਂਦੇ ਸੀ 6300 ਰੁਪਇਆ ਆਉਂਦਾ ਸੀਗਾ। ਤੇ ਇਮੇਜਿਨ ਕਰੋ, ਮਤਲਬ ਕੱਟ ਕਟਾ ਕੇ ਯੂਨੀਵਰਸਿਟੀ ਵੱਲੋਂ ਤੁਹਾਨੂੰ 6300 ਆਉਂਦਾ ਸੀ। 6300 ਰੁਪਇਆ ਮੇਰੇ ਅਕਾਊਂਟ ਦੇ ਵਿੱਚ, ਖਰਚਾ ਵਗੈਰਾ ਸਾਰਾ ਕੁਝ। ਔਰ ਉਹਦੇ ਚ 1700 ਰੁਪਇਆ ਬੱਸ ਦਾ ਦੇਣਾ, 6300 ਚੋਂ 1700 ਬੱਸ ਦਾ ਦੇਣਾ, ਤਾਂ ਨੀਅਰ ਅਬਾਊਟ ਲਾ ਲਓ ਕਿ 4600 ਰੁਪਇਆ ਬਚ ਗਿਆ। ਤੇ 4600 ਰੁਪਇਆ ਬਚਦਾ ਸੀਗਾ। ਹੁਣ ਉਹਦੇ ਵਿੱਚ ਸੋਚਣਾ ਕਿ ਹੁਣ ਔਰ ਉਸ ਟਾਈਮ 4600 ਇਦਾਂ ਲੱਗਦਾ ਸੀ ਕਿ ਯਾਰ ਮੇਰੇ ਕੋਲ 4600 ਰੁਪਇਆ। ਤਾਂ ਅਸੀਂ ਨੇ, ਮੈਂ ਯਾਰ ਮੇਰੇ ਦੋਸਤ ਨੇ ਕੀ ਕਰਨਾ ਕਿ ਚਾਹ ਦੇ ਵਿੱਚ ਗੋਲ ਗੱਪੇ ਖਾਣੇ ਜੀ, ਕਿ ਇਹ ਵੀ ਨਾ ਮਨ ਚ ਆਵੇ ਕਿ ਕੁਝ ਖਾ ਪੀ ਨਹੀਂ ਰਹੇ ਤੇ ਖਾ ਪੀ ਵੀ ਕੀ ਰਹੇ ਆ ਕਿ ਗੋਲ ਗੱਪੇ ਖਾ ਰਹੇ ਆ ਜੀ, ਕਿਉਂਕਿ ਸਸਤੇ ਮਿਲਦੇ ਨੇ। ਹਾਂ, ਤਾਂ ਸਸਤੇ ਮਿਲਦੇ ਨੇ ਕਿ 10 ਰੁਪਏ ਦੇ 7 ਆ ਗਏ। ਉਸ ਟਾਈਮ 10 ਰੁਪਏ ਦੇ 7 ਗੋਲ ਗੱਪੇ ਆਉਂਦੇ ਸੀਗੇ। ਚਲੋ ਜੀ ਉਦਾਂ ਦਾ ਟਾਈਮ ਨਿਕਲਿਆ, 6-7 ਮਹੀਨੇ ਲਾਏ ਜੀ। 6-7 ਮਹੀਨੇ ਬਾਅਦ ਲਾ ਕੇ ਮੈਨੂੰ ਵੀ ਤਾਂ ਏਦਾਂ ਲੱਗਿਆ ਮੈਨੂੰ ਕਿ ਯਾਰ ਇੱਥੇ ਤਾਂ ਗੱਲ ਬਣਦੀ ਨਹੀਂ ਇਸ ਹਿਸਾਬ ਨਾਲ। ਫਿਰ ਮੈਂ ਨਾ ਗੌਰਮੈਂਟ ਪੇਪਰਾਂ ਦੀ ਤਿਆਰੀ ਦੋਸਤੋ ਸ਼ੁਰੂ ਕਰੀ।
ਕਿ ਮੈਂ ਨਾਲ ਸੋਚਿਆ ਕਿ ਯਾਰ ਮੈਂ ਉੱਥੋਂ ਹਟ ਕੇ 6 ਮਹੀਨੇ ਤੋਂ ਬਾਅਦ ਮੈਂ ਕਿਹਾ ਯਾਰ ਮੈਂ ਆਪਣੇ ਚਲੋ ਪੇਪਰਾਂ ਦੀ ਤਿਆਰੀ ਕਰਦਾ। ਹੁਣ ਮੈਂ ਜਦੋਂ ਪੇਪਰਾਂ ਦੀ ਤਿਆਰੀ ਕਰ ਰਿਹਾ, ਹੁਣ ਮੈਂ ਘਰੇ ਕਰਨੀ ਸੀਗੀ ਤਿਆਰੀ। ਘਰੇ ਜਦੋਂ ਤਿਆਰੀ ਕਰਦੇ ਆ ਤਾਂ ਘਰਦਿਆਂ ਨੂੰ ਇੱਕ ਮੁੰਡਾ ਦਿਖਦਾ ਵਿਹਲਾ ਬੈਠਾ। ਉਹਨਾਂ ਨੇ ਕਹਿਣਾ ਕਿ ਯਾਰ ਵੀ ਮੁੰਡਾ ਵਿਹਲਾ, ਤਾਂ ਫਿਰ ਤੁਸੀਂ ਕੀ ਕਰ ਰਹੇ ਹੋ? ਤੁਸੀਂ ਪੜ੍ਹ ਵੀ ਰਹੇ ਹੋ, ਜਦੋਂ ਤੁਸੀਂ ਨਹੀਂ ਪੜ੍ਹ ਰਹੇ ਤਾਂ ਤੁਸੀਂ ਗਾਲਾਂ ਸੁਣ ਰਹੇ ਹੁੰਦੇ ਹੋ ਤੇ ਕਰਦੇ ਹੀ ਕਹਿ ਰਹੇ ਹੋ ਤੂੰ ਪੜ੍ਹ ਨਹੀਂ ਰਿਹਾ, ਕੁਛ ਕਰ ਨਹੀਂ ਰਿਹਾ, ਕਿਉਂਕਿ ਉਹਨਾਂ ਨੂੰ ਹਰ ਦਿਨ ਇਹ ਉਮੀਦ ਹੁੰਦੀ ਆ ਕਿ ਅੱਜ ਕੁਝ ਹੋਏਗਾ, ਅੱਜ ਕੁਝ ਹੋਏਗਾ। ਇੱਕ ਪੇਪਰ ਦਿੱਤਾ ਨਹੀਂ ਨਿਕਲਿਆ, ਦੂਜਾ ਨਹੀਂ ਨਿਕਲਿਆ, ਤੀਜਾ, ਚੌਥਾ, ਪੰਜਵਾਂ, ਛੇਵਾਂ, 10 ਦਿੱਤੇ, 11 ਦਿੱਤੇ, ਮਨਮੀਤ 12 ਦਿੱਤੇ ਪੇਪਰ, 13-14 ਵਾਰ ਪੇਪਰ ਦੇਣ ਤੋਂ ਬਾਅਦ ਇੱਕ ਪੇਪਰ ਨਿਕਲਿਆ। ਫਿਰ ਉਸੇ ਦਾ ਦੂਜਾ ਪੇਪਰ ਨਿਕਲਿਆ, ਤੇ ਜਦੋਂ ਦੂਜਾ ਪੇਪਰ ਨਿਕਲਿਆ ਦੋਸਤੋ, ਉਹ ਤੋਂ ਬਾਅਦ ਵਿੱਚ ਤੁਸੀਂ ਇਹ ਲਾ ਲਓ ਕਿ ਨੀਅਰ ਅਬਾਊਟ ਇੰਟਰਵਿਊ ਹੋਣ ਤੋਂ ਬਾਅਦ ਵੀ ਇੱਕ ਲਿਸਟ ਕ੍ਰੀਏਟ ਹੁੰਦੀ ਆ। ਉਹ ਜਦੋਂ ਲਿਸਟ ਕ੍ਰੀਏਟ ਹੋਈ ਸੀਗੀ ਜੀ, ਲਿਸਟ ਦੇ ਵਿੱਚ 41 ਨੰਬਰ ਵਾਲਾ ਬੰਦਾ ਜਿਹੜਾ ਉਹ ਪਾਸ ਆਊਟ ਹੋ ਰਿਹਾ ਸੀ। ਉਹ ਪਾਸ ਆਊਟ ਹੋ ਰਿਹਾ ਸੀ, ਮੇਰੇ ਬਣੇ 40.70। ਮੈਂ 0.3 ਤੋਂ ਐਗਜ਼ਾਮ ਦੇ ਵਿੱਚੋਂ ਰਹਿ ਗਿਆ। ਮਤਲਬ ਮੈਂ ਇਸ ਟਾਈਮ ਪ੍ਰੋਵੀਜ਼ਨ ਆਫੀਸਰ ਹੁੰਦਾ। ਜੇ ਕਿਸੇ ਨੂੰ ਬੈਂਕਰ ਨੂੰ ਪਤਾ ਹੋਊਗਾ ਕਿ ਪ੍ਰੋਵੀਜ਼ਨ ਆਫੀਸਰ ਦੀ ਪੋਸਟ ਹਨਾ ਕਿੱਡੀ ਜ਼ਬਰਦਸਤ ਹੁੰਦੀ ਹੈ। ਇਸ ਟਾਈਮ ਅਗਰ ਮੈਂ ਦੇਖਿਆ ਜਾਵਾਂ 2014-15 ਦੀ ਮੈਂ ਗੱਲ ਕਰ ਰਿਹਾ, 2023 ਦੇ ਵਿੱਚ ਇਸ ਟਾਈਮ ਮੈਨੂੰ ਲੱਗਦਾ ਮੈਨੇਜਰ ਤੋਂ ਵੀ ਉੱਪਰ ਵਾਲੀ ਪੋਸਟ ਤੇ ਹੁੰਦਾ ਸਰਕਾਰੀ ਬੈਂਕ ਦੇ ਵਿੱਚ। ਉਹ ਤੋਂ ਬਾਅਦ ਇੱਕ ਹੋਰ ਪੇਪਰ ਦਿੱਤਾ ਜੀ। ਮੈਂ ਤੁਹਾਨੂੰ ਇਸ ਲਈ ਇਹ ਚੀਜ਼ਾਂ ਦੱਸ ਰਿਹਾ ਕਿ ਹੋ ਸਕਦਾ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਲੱਗੇ ਕਿ ਵਾਕਈ ਹੀ ਕਿ ਅਗਰ ਅੱਜ ਆਪਾਂ ਤੁਹਾਡੇ ਸਾਹਮਣੇ ਬੈਠ ਕੇ ਗੱਲ ਕਰ ਰਹੇ ਹਾਂ ਤਾਂ ਇਸ ਤੋਂ ਪਹਿਲਾਂ ਵਾਲੀ ਜਰਨੀ ਕੀ ਆ, ਕਿਉਂਕਿ 14-15 ਆਈ ਥਿੰਕ ਉਦੋਂ ਇਹਨਾਂ ਦਾ ਐਜੂਕੇਸ਼ਨ ਦਾ ਟਾਈਮ ਚੱਲ ਰਿਹਾ ਸੀ। ਆਲਸੋ ਹੁਣ ਇਸ ਟਾਈਮ ਕਾਫੀ ਸਾਰੇ ਬੱਚਿਆਂ ਦਾ ਵੀ ਟਾਈਮ ਚੱਲ ਰਿਹਾ ਕਿਉਂਕਿ ਐਗਜ਼ਾਮਸ ਦੁਬਾਰਾ ਆਏ ਹੋਏ ਨੇ, ਤਾਂ ਬਹੁਤ ਵਾਰ ਮਾਈਂਡ 'ਚ ਰਹਿੰਦਾ ਯਾਰ ਸਾਡਾ ਪੇਪਰ ਨਹੀਂ ਨਿਕਲ ਰਿਹਾ। ਤਾਂ ਕਈ ਵਾਰ ਇਦਾਂ ਲੱਗਦਾ ਕਿ ਸਾਡੇ 'ਚ ਕੋਈ ਕਮੀ ਹੈ, ਤਾਂ ਕਈ ਵਾਰ ਬੱਚੇ ਆਪਣੇ ਆਪ ਨੂੰ ਕੈਪੇਬਿਲਿਟੀ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਨੇ। ਕਦੀ ਉਹ ਕਿਸਮਤ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਨੇ। ਮੈਨੂੰ ਏਦਾਂ ਲੱਗਦਾ ਕਿ ਪ੍ਰਮਾਤਮਾ ਨੇ ਤੁਹਾਡੇ ਵਾਸਤੇ ਜ਼ਿਆਦਾ ਬੈਟਰ ਜਰਨੀ ਲਿਖੀ ਹੁੰਦੀ ਹੈ। ਇਸ ਲਈ ਉਹ ਦੱਸੋ ਜਦੋਂ ਤੁਸੀਂ ਫੇਲ ਹੋ ਗਏ ਸੀਗੇ ਦੁਬਾਰਾ ਤੇ ਤੁਸੀਂ ਮੰਮਾ ਨੂੰ ਕਿਹਾ ਸੀਗਾ ਕਿ ਹਾਂ ਯਾਰ ਜਦੋਂ ਮੈਂ ਫੇਲ ਹੋ ਗਿਆ ਤਾਂ ਤੁਸੀਂ ਮੰਨੋਗੇ ਮੇਰਾ, ਜਿਵੇਂ ਮੈਨੂੰ ਅੱਜ ਮਨਵੀਤਾ ਦੀ ਗੱਲ ਕਰ ਰਹੀ ਸੀ, ਮੇਰਾ ਵੀ ਸੁਸਾਈਡ ਕਰਨ ਦਾ ਹੀ ਮਨ ਕੀਤਾ ਸੀ ਕਿ ਮੈਂ ਘਰੋਂ ਭੱਜ ਜਾਵਾਂ, ਮੈਨੂੰ ਕੁਝ ਹੋ ਜਾਵੇ, ਕਿਉਂਕਿ ਮੈਂ ਆਪਣੀ ਚੀਜ਼ ਨੂੰ ਕੰਪਲੀਟ ਨਹੀਂ ਕਰ ਪਾਇਆ। ਲੇਕਿਨ ਐਟ ਅ ਸੇਮ ਟਾਈਮ ਮੇਰੇ ਦਿਮਾਗ ਦੇ ਵਿੱਚ ਕੀ ਆਇਆ ਕਿ ਗਰਾਊਂਡ ਵਿੱਚ ਸਾਰੇ ਖੇਡ ਰਹੇ ਨੇ ਤੇ ਮੈਂ ਖੇਡਣ ਚੱਲਿਆ ਨਾ, ਸ਼ਾਇਦ ਮੇਰਾ ਮਾਈਂਡ ਹੋਰ ਹੋ ਜਾਵੇ। ਜੇ ਦੋਸਤੋ ਮੈਂ ਖੇਡਣ ਨਾ ਜਾਂਦਾ ਤਾਂ ਸ਼ਾਇਦ ਆਪਾਂ ਇੱਥੇ ਬੈਠੇ ਨਾ ਹੁੰਦੇ। ਇੰਨਾ ਪ੍ਰੈਸ਼ਰ ਪੈ ਗਿਆ ਸੀ ਦਿਮਾਗ ਇੰਨਾ ਚੱਲਣਾ ਸ਼ੁਰੂ ਹੋ ਜਾਂਦਾ ਨਾ, ਕਿਉਂਕਿ ਆਪਾਂ ਆਪਣੀ ਲਾਈਫ ਨੂੰ ਐਜ਼ ਅ ਫੇਲਿਅਰ ਲੈਣਾ ਸ਼ੁਰੂ ਕਰ ਦਿੰਦੇ। ਆਪਾਂ ਸੋਚਦੇ ਆ ਕਿ ਇੱਕ ਵੈਸੇ ਵੀ ਸਾਨੂੰ ਸ਼ੁਰੂ ਤੋਂ ਇਦਾਂ ਹੀ ਪਾਇਆ ਗਿਆ ਕਿ ਜਿਹੜੇ ਟੌਪ ਤੇ ਆਉਂਦੇ ਨੇ, ਜਿਹੜੇ ਜਿੱਤਦੇ ਨੇ ਉਹੀ ਵਧੀਆ ਹੁੰਦੇ ਨੇ। ਫੇਲਿਅਰਸ ਨੂੰ ਨਾ ਕੋਈ ਐਕਸੈਪਟ ਨਹੀਂ ਕਰਦਾ ਹੈਗਾ ਅੱਜ ਦੇ ਟਾਈਮ ਦੇ ਉੱਤੇ, ਮੈਨੂੰ ਏਦਾਂ ਲੱਗਦਾ। ਅੱਜ ਦੇ ਟਾਈਮ ਉਸ ਟਾਈਮ ਵੀ ਨਹੀਂ, ਮਤਲਬ ਸ਼ੁਰੂ ਤੋਂ ਹੀ ਨਹੀਂ ਕਰਦਾ। ਜਿਹੜਾ ਬੰਦਾ ਖੁਦ ਫੇਲ ਹੋ ਜਾਂਦਾ ਨਾ ਉਹ ਵੀ ਨਹੀਂ ਐਕਸੈਪਟ ਕਰਦਾ ਹੈਗਾ ਬਈ, ਉਹ ਦੂਜਾ ਬੰਦਾ ਤਾਂ ਕਿਉਂ ਕਰੇਗਾ ਐਕਸੈਪਟ। ਸੋ ਤੁਹਾਨੂੰ ਮੈਂ ਦੱਸਦਾ ਕਿ ਹੁਣ ਫੇਲਰ ਆਏ ਕਿੰਨੇ। ਦੇਖੋ ਇੱਕ ਹੋ ਗਿਆ, ਦੂਜੇ ਤੋਂ ਬਾਅਦ ਕੀ ਹੋਇਆ, ਮੈਂ ਇੱਕ ਪੇਪਰ ਹੋਰ ਦਿੱਤਾ ਜੀ। 109 ਨੰਬਰ ਵਾਲਾ ਰੱਖਿਆ ਜਾ ਰਿਹਾ ਸੀ ਕਲਰਕ, ਮੇਰੇ 107 ਨੰਬਰ ਆਏ, 2 ਨੰਬਰ ਤੋਂ ਉੱਥੇ ਫਰਕ ਪਿਆ। ਫਿਰ ਇੰਟੈਲੀਜੈਂਸ ਆਫੀਸਰ ਦਾ ਪੇਪਰ ਨਿਕਲਿਆ ਜੀ, ਮੈਂ ਉਹਦੇ ਚੋਂ ਪਾਸ ਹੋ ਗਿਆ। ਇੰਟਰਵਿਊ ਸਾਰਾ ਕੁਝ ਜਿਹੜੀ ਚੀਜ਼ਾਂ ਕਲੀਅਰ ਕਰਤੀਆਂ ਤੇ ਉਹਦੇ ਵਿੱਚ 28ਵਾਂ ਆਇਆ ਸੀ ਮੇਰਾ ਵੇਟਿੰਗ ਦਾ। ਉਹਨਾਂ ਨੇ ਪਹਿਲੇ 30 ਸਿਲੈਕਟ ਕਰ ਲਏ ਸੀਗਾ ਕਿ ਅਸੀਂ ਚੱਕਦੇ ਹਾਂ, ਇੰਟਰਵਿਊ ਕਰਾਉਂਦੇ ਹਾਂ ਤੇ ਡਨ ਕਰਦੇ ਹਾਂ। ਉਸ ਟਾਈਮ ਸਰਕਾਰਾਂ ਬਦਲ ਗਈਆਂ ਜੀ, ਉਹਨਾਂ ਨੇ ਉਹ ਲਿਸਟਾਂ ਕੈਂਸਲ ਕਰਤੀਆਂ। ਫਿਰ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਐਗਜ਼ਾਮ ਨਿਕਲਿਆ ਸੀ। ਜਦੋਂ ਐਗਜ਼ਾਮ ਨਿਕਲਿਆ ਉਹ ਵੀ ਮੈਂ ਕਲੀਅਰ ਕੀਤਾ ਮਨਵੀਤ, ਤੇ ਜਿਹੜਾ ਉਹਦੇ ਚ ਟੌਪ ਤੇ ਆਇਆ ਸੀ ਮੁੰਡਾ ਉਹ ਸਿਫਾਰਸ਼ੀ ਹੋਣਾ ਕਿਤੇ। ਅੱਛਾ। ਤੇ ਜਿਹੜੇ ਮੁੰਡੇ ਨੇ ਮਿਹਨਤ ਕੀਤੀ ਸੀਗੀ ਉਹ ਮੁੰਡੇ ਨੇ ਉੱਥੇ ਰਿਟ ਪਾਤੀ ਉਸ ਲਿਸਟ ਤੇ। ਉਹ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਉਹਨਾਂ ਦਾ ਕੀ ਹੋਇਆ ਕੀ ਨਹੀਂ। ਬਾਕੀ ਵੀ ਰੁਲ ਗਏ ਸਾਰੇ ਜਿਹੜੇ ਨਾਲ ਮੇਰੇ ਵਰਗੇ ਸੀਗੇ। ਫੇਰ ਦੋਸਤੋ ਹਾਰ ਕੇ ਫੇਰ ਦੁਬਾਰਾ ਹੁਣ ਕੁਛ ਨਾ ਕੁਛ ਤਾਂ ਕਰਨਾ ਸੀਗਾ। ਬਹੁਤ ਟਰਾਈ ਕਰ ਲਿਆ ਸੀਗਾ, ਸਾਲ 2 ਸਾਲ ਲੰਘ ਗਏ ਜੀ ਹਨਾ। ਇਸ ਤੋਂ ਜ਼ਿਆਦਾ ਕਿੰਨਾ ਕੁ ਬੰਦਾ ਵਿਹਲਾ ਬੈਠੇ। ਫਿਰ ਮੈਂ ਮੋਹਾਲੀ ਆਇਆ। ਮੋਹਾਲੀ ਆ ਕੇ ਟਰਾਈ ਕੀਤਾ ਕਿ ਕਿਤੇ ਜੌਬ ਮਿਲ ਜਾਵੇ। 2-4 ਕੰਪਨੀਆਂ ਦੇਖੀਆਂ, ਨਹੀਂ ਕਿਸੇ ਨੇ ਰੱਖਿਆ। ਫਿਰ ਇੱਕ ਕੰਪਨੀ ਦਾ ਪਤਾ ਲੱਗਿਆ ਕਿ ਹਾਂ ਯਾਰ ਇੱਕ ਜਿਮ ਦੇ ਵਿੱਚ ਜੌਬ ਮਿਲ ਰਹੀ ਹੈ। ਸੋ ਜਿਮ ਦੇ ਵਿੱਚ ਜਦੋਂ ਮੈਨੂੰ ਜੌਬ ਲਈ ਇੰਟਰਵਿਊ ਦੇ ਵਿੱਚ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਈ ਤੇਰੀ ਟਾਈਮਿੰਗ 6 ਤੋਂ 3 ਆ। ਹੁਣ ਮੇਰਾ ਪਿੰਡ ਤੇ ਮੋਹਾਲੀ 35 ਕਿਲੋਮੀਟਰ ਆ, ਯਾਨੀ ਕਿ ਨੀਅਰ ਅਬਾਊਟ ਜੇ ਮੈਂ ਮੋਟਰਸਾਈਕਲ ਤੇ ਆਉਣਾ ਤਾਂ ਮੈਨੂੰ 1 ਘੰਟਾ ਲੱਗੂਗਾ। ਹੁਣ ਟਾਈਮਿੰਗ ਕੀ ਆ 6 ਤੋਂ 3। ਜੇ ਲੇਟ ਹੁੰਦੇ ਹੋ ਤਾਂ ਤੁਹਾਡੀ ਸੈਲਰੀ ਕੱਟੀ ਜਾਊਗੀ। ਯਾਨੀ ਕਿ ਮੈਨੂੰ 5 ਤੋਂ ਲੈ ਕੇ 6 ਦੇ ਵਿੱਚ ਪਹੁੰਚਣਾ ਹੈ। ਤਾਂ ਮੈਂ 3-3:30 ਉੱਠੂੰਗਾ, ਪੱਗ ਬੰਨੂੰਗਾ। ਰਾਤ ਦੀ ਗੱਲ ਕਰ ਰਿਹਾ ਮੈਂ, ਨਿਰਣੇ ਕਾਲ ਜੇ 3-3:30 ਉੱਠੂੰਗਾ। ਨਾਲ ਮੇਰੀ ਮੰਮੀ ਵੀ ਉੱਠਦੀ ਸੀਗੀ। ਦੋਨੋਂ ਜਿਹੜੇ ਉੱਠ ਕੇ ਖਾਣਾ ਪੀਣਾ ਖਾ ਕੇ ਮੈਂ 5 ਵਜੇ ਨਿਕਲਦਾ ਸੀ। ਹੁਣ ਗਰਮੀਆਂ 'ਚ ਤਾਂ ਨਿਕਲ ਜਾਂਦਾ ਤਾ ਕਿ ਵਧੀਆ ਗਰਮੀ ਲੱਗ ਰਹੀ ਹੈ ਜੀ, ਕੋਈ ਚੱਕਰ ਨਹੀਂ, ਹਵਾ ਲੱਗਦੀ ਹੈ ਮੋਟਰਸਾਈਕਲ ਤੇ, ਉਹ ਵੀ ਮਾਰਨਿੰਗ ਦੇ ਵਿੱਚ। ਜਸਟ ਇਮੈਜਿਨ ਕਿ ਸਵੇਰ ਦੇ ਟਾਈਮ ਤੁਹਾਨੂੰ ਵੀ ਪਤਾ ਹੈ, ਇਮੈਜਿਨ ਕਰਕੇ ਦੇਖੋ ਜਿਹੜਾ ਨਵੰਬਰ, ਦਸੰਬਰ, ਜਨਵਰੀ ਦਾ ਟਾਈਮ ਹੁੰਦਾ ਹੈ
ਕਿ ਉਸ ਟਾਈਮ 5 ਤੋਂ 6 ਦੇ ਵਿੱਚ ਕੀ ਹੁੰਦਾ ਹੋਊਗਾ। 3-4 ਵਾਰ ਮੇਰਾ ਐਕਸੀਡੈਂਟ ਹੋਣ ਤੋਂ ਬਚਿਆ ਉੱਥੇ, ਕਿ ਹਾਂ ਯਾਰ ਧੁੰਦ ਦੇ ਵਿੱਚ ਮੈਨੂੰ ਦਿਖੇ ਨਹੀਂ ਰਿਹਾ ਕੁਝ, ਬਹੁਤ ਔਖਾ। ਮੈਂ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਜਰਨੀ ਕ੍ਰੀਏਟ ਹੁੰਦੀ ਆ। ਫਿਰ ਜਿਹੜੀ ਜਗ੍ਹਾ ਤੇ ਕੰਮ ਕਰਨਾ, ਉੱਥੇ ਬਹੁਤ ਵਾਰ ਆਬਸਟੈਕਲਸ ਆਉਣੇ। ਹੁਣ ਇਹ ਮੈਂ ਇਸ ਲਈ ਲੇਟ ਕਰ ਰਿਹਾ ਕਿ ਅਸੀਂ ਇਸ ਟਾਈਮ ਵੀ ਜੌਬ ਕਰਦੇ ਹਾਂ, ਉਸ ਟਾਈਮ ਵੀ ਸਟਰਗਲ ਸੀਗਾ, ਅੱਜ ਦੇ ਟਾਈਮ ਵੀ ਸਟਰਗਲ ਆ। ਅੱਜ ਵੀ ਅਗਰ ਦੇਖਿਆ ਜਾਵੇ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਮਨ ਦੇ ਵਿੱਚ ਆਉਂਦਾ ਚੀਜ਼ਾਂ, ਨੈਗੇਟਿਵ ਚੀਜ਼ਾਂ ਆਉਂਦੀਆਂ ਨੇ, ਬਹੁਤ ਵਾਰ ਮਨਵੀਰ ਦੇ ਮਨ 'ਚ ਵੀ ਨੈਗੇਟਿਵ ਚੀਜ਼ਾਂ ਆਉਂਦੀਆਂ ਨੇ। ਤਾਂ ਹੋ ਸਕਦਾ ਜਿਹੜੇ ਜੌਬ ਕਰ ਰਹੇ ਨੇ ਉਹਨਾਂ ਦਾ ਇੱਕ ਵਾਰ ਮਨ ਕਰੇ ਕਿ ਜੌਬ ਛੱਡ ਦਈਏ ਯਾਰ, ਮਨ ਨਹੀਂ ਕਰ ਰਿਹਾ, ਇੱਕ ਵਾਰ ਮਨ ਕਰੇ ਕਿ ਯਾਰ ਕੁਛ ਨਵਾਂ ਲੱਭ ਲਈ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਦੋਸਤੋ, ਇਹ ਚੀਜ਼ ਹਰ ਜਗ੍ਹਾ ਤੇ ਹੈ, ਇਹ ਤੁਹਾਨੂੰ ਹਰ ਜਗ੍ਹਾ ਤੇ ਹੀ ਮਿਲੇਗੀ। ਤੁਸੀਂ ਏਦਾਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਕਿ ਹਾਂ ਯਾਰ ਮੈਂ ਇੱਕ ਜਗ੍ਹਾ ਤੇ ਸਟਕ ਹੋ ਕੇ ਤੁਸੀਂ ਕਹੋ ਕਿ ਯਾਰ ਬਸ ਏਦਾਂ ਹੀ ਚੱਲਦੀ ਰਹੇਗੀ, ਏਦਾਂ ਕਦੇ ਨਹੀਂ ਹੁੰਦਾ ਹੈਗਾ। ਫਿਰ ਮੈਂ ਕਿੱਥੇ ਪਹੁੰਚਿਆ? ਤੁਸੀਂ ਪਹੁੰਚੇ ਕਿ ਤੁਸੀਂ 6 ਤੋਂ 3 ਵਿੱਚ ਆਉਂਦੇ ਸੀਗੇ, ਜਨਵਰੀ ਫਰਵਰੀ 6 ਤੋਂ 3 ਆਉਣਾ ਦੋਸਤੋ। ਹੁਣ ਉੱਥੇ ਮੇਰੀ ਸੈਲਰੀ ਲੱਗੀ ਸੀਗੀ 13,000 ਰੁਪਇਆ। 13,000 ਦੇ ਵਿੱਚ ਫਿਰ ਪੈਟਰੋਲ ਵੀ ਐਡ ਹੋ ਗਿਆ। ਫਿਰ ਮੇਰਾ ਮਨ ਨੂੰ ਕਰਿਆ ਮੈਨੂੰ ਕਿ ਨਵੀਂ ਓਪਰਚੁਨਿਟੀ ਮਿਲ ਰਹੀ ਹੈ ਕਿ ਉੱਥੇ ਭੰਗੜਾ ਸਿਖਾਇਆ ਜਾ ਸਕਦਾ ਹੈ। ਤਾਂ ਭੰਗੜੇ ਦੀ ਕਲਾਸ ਦੀ ਫੀਸ ਹੁੰਦੀ ਸੀ 500 ਰੁਪਇਆ, ਜਾਣੀ ਕਿ ਜੇ ਮੈਂ ਇੱਕ ਕਲਾਸ ਲਊਂਗਾ ਤਾਂ ਮੈਨੂੰ 500 ਰੁਪਇਆ ਮਿਲੂਗਾ। ਤਾਂ ਮੈਂ 13,000 ਦੀ ਜਗ੍ਹਾ ਕਲਾਸਾਂ ਲੈ ਕੇ 18,000 ਤੇ ਪਹੁੰਚਿਆ ਸੀਗਾ ਕਿ ਯਾਰ ਮੈਨੂੰ ਉਸ ਟਾਈਮ ਥੋੜੇ ਜਿਹੇ ਪੈਸੇ ਐਡ ਹੋ ਜਾਣ। ਏਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਜੌਬ ਦੇ ਨਾਲ ਨਾਲ ਮੈਂ ਦੂਜਾ ਕੰਮ ਵੀ ਕੀਤਾ ਤਾਂ ਕਿ 4 ਪੈਸੇ ਐਡ ਹੋ ਜਾਣ ਮੇਰੇ ਕੋਲ। ਥੋੜੇ ਜਿਹੇ ਪੈਸੇ ਮੈਂ ਐਡ ਕਰਦਾ ਨਾ। ਫਿਰ ਉਹ ਤੋਂ ਬਾਅਦ ਲਾਈਫ ਇਸ ਤਰੀਕੇ ਨਾਲ ਚੱਲਣੀ ਸ਼ੁਰੂ ਹੋ ਗਈ ਕਿ ਫਿਜ਼ੀਕਲੀ ਇਫੈਕਟ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਤੁਸੀਂ ਓਵਰ ਐਫਰਟ ਕਰ ਰਹੇ ਹੋ, ਸਵੇਰੇ 6 ਵਜੇ ਟਰੈਵਲ ਵੀ ਕਰ ਰਹੇ ਹੋ, ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਮੈਂ ਘਰ ਜਾਣਾ, ਕਿਉਂਕਿ 7-8 ਵਜੇ 7:30 ਕਲਾਸ ਹੁੰਦੀ ਸੀਗੀ। ਤਾਂ ਤੁਸੀਂ ਲਾ ਲਓ ਕਿ ਨੀਅਰ ਅਬਾਊਟ 15 ਤੋਂ 16 ਘੰਟੇ ਦੀ ਜੌਬ ਹੋ ਗਈ ਸੀ, ਜਿਹਦੇ ਚ ਮੈਨੂੰ 18,000 ਰੁਪਇਆ ਮਿਲ ਰਿਹਾ ਸੀਗਾ। ਯਾਨੀ ਕਿ ਨੀਅਰ ਅਬਾਊਟ 1000 ਰੁਪਇਆ ਲਾ ਲਓ ਤੁਸੀਂ ਕਿ ਉਹ ਐਵਰੇਜ ਨਿਕਲ ਰਹੀ ਸੀਗੀ। ਤਾਂ ਏਦਾਂ ਕਰਦੇ ਕਰਦੇ ਦੋਸਤੋ ਜਦੋਂ ਮੈਂ ਅਗਲੇ ਪੜਾਅ ਤੇ ਆਉਣਾ ਤਾਂ ਇਸ ਚੀਜ਼ ਦੇ ਵਿੱਚ 3-4 ਸਾਲ ਨਿਕਲ ਜਾਂਦੇ, ਨੀਅਰ ਅਬਾਊਟ 2-2.5 ਸਾਲ ਨਿਕਲ ਕੇ ਫਿਰ ਕਰੋਨਾ ਦਾ ਪਾਰਟ ਆ ਗਿਆ। ਤੇ ਉਦੋਂ ਵੀ ਤਾਂ ਜਦੋਂ ਤੁਹਾਡੀ ਜੌਬ ਸੀਗੀ ਤਾਂ ਸੈਲਰੀ ਟਾਈਮ ਤੇ ਨਹੀਂ ਮਿਲਣੀ, 3 ਵਜੇ ਕਦੀ ਐਂਡ ਤਾਂ ਹੋਇਆ ਹੀ ਨਹੀਂ ਤੁਹਾਡਾ ਆਫਿਸ। ਸੈਲਰੀ ਟਾਈਮ ਤੇ ਨਹੀਂ ਮਿਲਣੀ, ਜਾਂ ਅੱਧੀ ਅਕਾਊਂਟ ਦੇ ਵਿੱਚ ਆਉਣੀ, ਅੱਧੀ ਕੈਸ਼ ਚ ਆਉਣੀ। ਮੇਰੇ ਕੋਲ ਵੇਰਵਾ ਨਹੀਂ, ਯਾਨੀ ਕਿ ਜੋ ਮੈਂ ਕਮਾ ਰਿਹਾ ਮੇਰੇ ਕੋਲ ਉਹਦਾ ਸਬੂਤ ਨਹੀਂ ਹੈਗਾ। ਤਾਂ ਏਦਾਂ ਵੀ ਕੀਤਾ, ਮੰਗ ਕੇ ਵੀ ਕਈ ਵਾਰ ਚੀਜ਼ ਲੈਣੀ ਨਹੀਂ ਮਿਲਣੀ ਹੈਗੀ। ਤਾਂ ਤੁਸੀਂ ਮੰਨੋਗੇ ਨਹੀਂ ਦੋਸਤੋ, ਮੈਂ ਉਹਨਾਂ ਟਾਈਮ ਦੇ ਵਿੱਚ ਰੋਂਦਾ ਬਹੁਤ ਹੁੰਦਾ ਸੀਗਾ, ਕਿਉਂਕਿ ਮੈਨੂੰ ਏਦਾਂ ਲੱਗਦਾ ਸੀ ਮੈਂ ਮਿਹਨਤ ਬਹੁਤ ਕਰ ਰਿਹਾ ਲੇਕਿਨ ਮੈਨੂੰ ਉਸ ਮਿਹਨਤ ਦਾ ਹੱਕ ਨਹੀਂ ਮਿਲ ਰਿਹਾ। ਇਹ ਗੱਲ ਮੈਂ ਇਸ ਲਈ ਕਹਿਣਾ ਚਾਹ ਰਿਹਾ ਕਿ ਆਪਾਂ ਨੂੰ ਬਹੁਤ ਵਾਰ ਇਹ ਚੀਜ਼ ਲੱਗਦੀ ਹੁੰਦੀ ਹੈ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਲੇਕਿਨ ਸਾਨੂੰ ਉਹ ਮਿਹਨਤ ਦਾ ਫਲ ਨਹੀਂ ਮਿਲਦਾ, ਔਰ ਇਹ ਬਹੁਤ ਕਾਮਨ ਚੀਜ਼ ਆ। ਪਰ ਮੈਂ ਤੁਹਾਨੂੰ ਨਾਲ ਦੀ ਨਾਲ ਇਹ ਵੀ ਗੱਲ ਕਹਿਣਾ ਚਾਹੂੰਗਾ ਕਿ ਸ਼ਾਇਦ ਪਰਮਾਤਮਾ ਨੇ ਤੁਹਾਡੇ ਲਈ ਇੱਕ ਬੈਟਰ ਜਰਨੀ ਲਿਖੀ ਹੁੰਦੀ ਹੈ। ਉਹ ਟਾਈਮ ਕੱਢ ਲਿਆ ਕਰੋ ਬਸ ਕਿਸੇ ਤਰੀਕੇ ਨਾਲ। ਉਹ ਟਾਈਮ ਨੂੰ ਜੇ ਤੁਸੀਂ ਹੱਸ ਕੇ ਕੱਢ ਲਿਆ ਨਾ, ਬਾਅਦ 'ਚ ਤੁਹਾਨੂੰ ਰੋਣਾ ਨਹੀਂ ਪਊਗਾ ਕਦੇ। ਤਾਂ ਉਹ ਸੈਲਰੀ ਨਹੀਂ ਮਿਲਣੀ ਜੀ, ਤਾਂ ਏਦਾਂ ਲੱਗਣਾ ਕਿ ਲਾਈਫ ਤਾਂ ਮਤਲਬ ਖਰਾਬ ਹੀ ਆ। ਮੋਟਰਸਾਈਕਲ ਤੇ ਜਾਂਦੇ ਜਾਂਦੇ ਸੋਚਦੇ ਰਹਿਣਾ ਹਮੇਸ਼ਾ ਯਾਰ ਕਿ ਯਾਰ ਹੁਣ ਮੈਂ ਕਿਆ ਕਰਾਂ। ਕਈ ਵਾਰ ਐਵੇਂ ਹੁੰਦਾ ਸੀਗਾ ਯਾਰ ਖੁਸ਼ੀ ਖੁਸ਼ੀ ਘਰਦਿਆਂ ਨੂੰ ਦੱਸਣਾ ਕਿ ਅੱਜ ਸੈਲਰੀ ਆ ਗਈ। ਉਹ ਟਾਈਮ ਹੀ ਨਹੀਂ ਆਉਣਾ ਹੈਗਾ। ਜਦੋਂ ਤੱਕ ਸੈਲਰੀ ਆਉਂਦੀ ਸੀ ਉਦੋਂ ਤੱਕ ਚਾਹ ਮੁੱਕ ਜਾਂਦਾ ਸੀਗਾ ਅੰਦਰੋਂ। ਘਰਦਿਆਂ ਤੋਂ ਗਾਲਾਂ ਪੈਂਦੀਆਂ ਸੀ ਉਹ ਵੱਖਰੀਆਂ, ਘਰਦਿਆਂ ਤੋਂ ਗਾਲਾਂ ਪੈਣੀਆਂ ਵੱਖਰੀਆਂ। ਕਿਉਂ? ਮੈਂ ਕੰਮ ਕਰ ਰਿਹਾ ਸੀ ਜਿਮ ਦੇ ਵਿੱਚ, ਤਾਂ ਘਰਦਿਆਂ ਨੇ ਇਹ ਨੂੰ ਲੱਗਣਾ ਕਿ ਯਾਰ, ਔਰ ਉਹਨੂੰ ਲੱਗਣਾ ਜਾਇਜ਼ ਵੀ ਆ ਕਿ ਯਾਰ ਜਿਮ ਦੇ ਵਿੱਚ ਤੂੰ ਕੀ ਕਰਦਾ ਹੈ, ਮਤਲਬ ਕੀ ਕਰਦਾ ਹੋਏਗਾ ਉੱਥੇ, ਕਿ ਕੋਈ ਕੰਪਨੀ ਨਹੀਂ, ਕੋਈ ਇੰਸਟੀਟਿਊਟ ਨਹੀਂ, ਕੋਈ ਕੁਛ ਨਹੀਂ, ਮਤਲਬ ਕੀ ਕਹੀ ਕਿ ਮੁੰਡਾ ਜਿਮ 'ਚ ਕੀ ਕਰਦਾ ਹੈ, ਕੀ ਕਰ, ਸੱਚੀ ਗੱਲ ਆ ਕਰਦੇ ਕੀ ਕਰਦਾ। ਹੁਣ ਮੈਨੂੰ ਪਤਾ ਸੀ ਕਿ ਮੈਂ ਦਿਨ ਰਾਤ ਮਿਹਨਤ ਕਰ ਰਿਹਾ, ਉਹ ਮੇਰਾ ਅਲੱਗ ਸਟਰਗਲ ਚੱਲ ਰਿਹਾ। ਤਾਂ ਇਧਰੋਂ ਪੇਰੈਂਟਸ ਵੀ ਦੁਖੀ ਨੇ ਮੇਰੇ ਤੋਂ, ਮੈਂ ਆਪਣੇ ਆਪ ਤੋਂ ਦੁਖੀ ਆ, ਤੇ ਜਿੱਥੇ ਮੈਂ ਕੰਮ ਕਰ ਰਿਹਾ ਉਹ ਬੰਦਾ ਮੇਰੇ ਤੋਂ ਦੁਖੀ ਹੈ, ਤੇ ਪੈਸੇ ਮੈਨੂੰ ਮਿਲ ਨਹੀਂ ਰਹੇ। ਤਾਂ ਇਦਾਂ ਕਰਦੇ ਕਰਾਉਂਦੇ ਜਦੋਂ ਕਰੋਨਾ ਦਾ ਪਾਰਟ ਆਇਆ, ਕਰੋਨਾ ਤੋਂ ਪਹਿਲਾਂ ਵਾਲਾ ਪਾਰਟ ਦੱਸਦੇ ਹੋ ਪਹਿਲਾਂ। ਸੋ ਮੈਂ ਜਿਵੇਂ ਹੁਣ ਇਹ ਏਦਾਂ ਸੀਗੇ ਕਿ ਇਹ ਲੱਭ ਰਹੇ ਸੀਗੇ ਔਰ ਇਹਨਾਂ ਨੇ ਮਜਬੂਰੀ ਵਸ਼ ਜੌਬ ਕੀਤੀ ਹੈ ਨਾ। ਹੁਣ ਮੈਂ ਕਿੱਦਾਂ ਆਈ ਹਾਂ ਕਿ ਮੈਂ ਨਾ ਬਹੁਤ ਸੈਮੀ ਬਹੁਤ ਉਦਾਂ ਤੇ ਆਈ ਵਾਜ਼ ਆਲਸੋ ਐਵਰੇਜ ਸਟੂਡੈਂਟ। ਮਤਲਬ ਮੈਂ ਪੂਅਰ ਨਹੀਂ ਸੀ ਸਟੱਡੀਜ਼ ਵਿੱਚ, ਬਟ ਮੈਂ ਬਹੁਤ ਵਾਓ ਬ੍ਰਿਲੀਅੰਟ ਨਹੀਂ ਸੀਗੀ। ਆਈ ਵਾਜ਼ ਐਵਰੇਜ ਸਟੂਡੈਂਟ। ਐਂਡ +1 +2 ਹੋਈ ਤਾਂ ਮੇਰੇ ਮਨ 'ਚ ਆ ਗਿਆ, ਪਤਾ ਚੱਲਿਆ ਐਵੇਂ ਜਿਵੇਂ ਲੋਕਾਂ 'ਚ ਨਹੀਂ ਚੱਲਦਾ ਹੁੰਦਾ ਕਿ ਸੀਏ ਕਰ ਰਿਹਾ ਕਾਮਰਸ ਕਰ ਰਿਹਾ, ਕਿਉਂਕਿ ਮੈਨੂੰ ਇਹ ਸੀਗਾ ਕਿ ਮੈਂ ਸਾਇੰਸ ਨਹੀਂ ਕਰਨੀ, ਕਿ ਮੈਨੂੰ ਸਾਇੰਸ ਨਹੀਂ ਪਸੰਦ। ਤਾਂ ਸਾਰਿਆਂ ਨੇ ਕਿਹਾ ਕਿ ਸੀਏ ਹੈ, ਐਂਟਰੈਂਸ ਇਹਦਾ ਸੀਪੀਟੀ ਹੁੰਦਾ ਕਿ ਸੀਪੀਟੀ ਦੇ ਲਓ। ਤਾਂ ਮੈਂ ਘਰਦਿਆਂ ਨੂੰ ਉਹੀ ਕਿ ਮੈਂ ਸੀਪੀਟੀ ਕਰਨੀ ਹੈ, ਘਰਦੇ ਕਹਿੰਦੇ ਜੀ ਠੀਕ ਆ, ਕਿੱਦਾਂ ਕੀ ਕਰਨਾ, ਸਾਰਾ ਕੁਝ ਕੀਤਾ, ਚਲੀ ਗਈ ਸੀਏ ਕਰ ਲਈ। ਤਾਂ ਸੀਏ ਕਰ ਲਈ, ਏਦਾਂ ਹੀ IPCC ਕਰ ਲਈ, ਮਤਲਬ ਚਲਦੀ ਰਹੀ ਬਿਨਾਂ ਸੋਚਦੇ, ਔਰ ਉਹ ਹੁੰਦਾ ਵੀ ਗਿਆ। ਤਾਂ ਕੀ ਹੋ ਰਿਹਾ ਸੀ, IPCC ਵੀ ਕਲੀਅਰ ਹੋ ਗਿਆ, ਟਿਊਸ਼ਨ ਚਲਾਈਆਂ, ਟਿਊਸ਼ਨਸ ਹੋ ਗਿਆ,
ਵਿੱਚੋਂ ਏਦਾਂ ਹੋਇਆ ਕਿ ਟਿਊਸ਼ਨ ਤੋਂ ਜਦੋਂ ਘਰੋਂ ਨਿਕਲਣਾ ਐਕਟਿਵਾ ਤੇ ਜਾਣਾ ਤੇ ਯਾਰ ਟਿਊਸ਼ਨ ਜਾਣ ਦਾ ਮਨ ਹੀ ਨਹੀਂ ਕਰਨਾ ਕਿ ਯਾਰ ਇੱਕ ਨਾ ਉੱਥੇ ਟ੍ਰੇਨਰ ਹੁੰਦਾ ਸੀ ਸਵੇਰੇ ਜਿਹੜੀ ਸਾਡੀ ਕਲਾਸ ਲੈਂਦੇ ਸੀਗੇ, ਕਾਸਟ ਦਾ ਸਬਜੈਕਟ ਹੁੰਦਾ ਸੀਗਾ, ਉਹਦਾ ਟ੍ਰੇਨਰ ਇੰਨਾ ਗੰਦਾ ਹੁੰਦਾ ਸੀ ਨਾ, ਗੰਦਾ ਇਨ ਦ ਸੈਂਸ ਮੈਂ ਕਿਉਂ ਬੋਲ ਰਹੀ ਆ ਕਿਉਂਕਿ ਉਹ ਸਵੇਰੇ 7 ਵਜੇ ਡੀਮੋਟੀਵੇਟ ਕਰ ਦਿੰਦਾ ਸੀਗਾ। ਕਹਿੰਦੇ ਸੀਗੇ ਤੁਹਾਡਾ ਜ਼ਿੰਦਗੀ 'ਚ ਕੁਝ ਨਹੀਂ ਬਣਨਾ, ਤੁਸੀਂ ਕੁਝ ਨਹੀਂ ਕਰ ਸਕਦੇ, ਏਦਾਂ ਪੇਪਰ ਨਹੀਂ ਕਲੀਅਰ ਹੁੰਦੇ, ਏਦਾਂ ਜ਼ਿੰਦਗੀਆਂ ਨਹੀਂ ਬਣਦੀਆਂ। ਲੱਗਦਾ ਹੁੰਦਾ ਸੀ ਮੈਂ ਘਰੋਂ ਉੱਠ ਕੇ ਸਪੈਸ਼ਲੀ ਇਹਨਾਂ ਨੂੰ ਸੁਣਨ ਜਾ ਰਹੀ ਹਾਂ, ਉਹ ਵੀ ਪੈਸੇ ਦੇ ਕੇ। ਕਦੀ ਤੁਹਾਨੂੰ ਨੈਗੇਟਿਵ ਮੋਟੀਵੇਸ਼ਨ ਨਹੀਂ ਚਾਹੀਦੀ ਹੁੰਦੀ। ਉਹਨਾਂ ਨੂੰ ਕੀ ਲੱਗਦਾ ਸੀਗਾ ਕਿ ਸ਼ਾਇਦ ਮੈਂ ਨੈਗੇਟਿਵ ਮੋਟੀਵੇਸ਼ਨ ਦਾਂਗਾ ਨਾ ਤਾਂ ਬੱਚੇ ਹੋਣਗੇ ਕਿ ਅਸੀਂ ਕਰਕੇ ਦਿਖਾਣੇ ਆ, ਈਗੋ ਚਾਹਣਗੇ ਕਿ ਅਸੀਂ ਹੋਣੇ ਕਰਕੇ। ਤੇ ਮੈਨੂੰ ਬਿਲਕੁਲ ਨਹੀਂ ਪਸੰਦ ਹੁੰਦਾ ਸੀ। ਤਾਂ ਉਹ ਟਿਊਸ਼ਨ ਏਦਾਂ ਦੀ ਹੁੰਦੀ ਸੀ ਕਿ ਮੈਨੂੰ ਏਦਾਂ ਹੁੰਦਾ ਸੀ ਇਸ ਤੋਂ ਅੱਛਾ ਮੈਂ 34 ਸੈਕਟਰ ਤੇ ਗੁਰਦੁਆਰਾ ਸਾਹਿਬ ਚਲੀ ਜਾਵਾਂ। ਪਰ ਫਿਰ ਵੀ ਮੈਂ ਟਿਊਸ਼ਨ ਜਾਂਦੀ ਸੀ। ਫਿਰ ਜਦੋਂ ਗੈਪ ਮਿਲਦਾ ਸੀ ਮੈਂ ਗੁਰਦੁਆਰਾ ਸਾਹਿਬ ਆ ਕੇ ਬੈਠ ਜਾਂਦੀ ਸੀ ਤੇ ਮੈਂ ਗੁਰਦੁਆਰਾ ਸਾਹਿਬ ਆ ਕੇ ਬਹਿਣਾ, ਉੱਥੇ ਸੋ ਜਾਣਾ ਕਿਉਂਕਿ 2 ਘੰਟੇ ਦਾ ਟਾਈਮ ਹੁੰਦਾ ਸੀ, ਵਾਪਸ ਘਰ ਨਹੀਂ ਆਣਾ। ਏਦਾਂ ਚੱਲਦਾ ਗਿਆ। ਫਿਰ ਆ ਇੰਟਰਨਸ਼ਿਪ ਦਾ ਟਾਈਮ ਉਹ ਵੀ ਚੱਲਦਾ ਗਿਆ। ਪਰ ਪੁਆਇੰਟ ਕੀ ਸੀਗਾ ਕਿ ਅੰਦਰੋਂ ਨਾ ਇੱਕ ਸੰਤੁਸ਼ਟੀ ਨਹੀਂ ਮਿਲ ਰਹੀ ਸੀ। ਇੱਕ ਕੰਮ ਵੀ ਕਰ ਰਹੀ ਸੀ, ਸਾਰਾ ਕੁਝ ਕਰ ਰਹੀ ਸੀ, ਇੱਕ ਸੰਤੁਸ਼ਟੀ ਨਹੀਂ ਮਿਲ ਰਹੀ ਸੀਗੀ। ਹੁਣ ਇਹ ਸੀਗਾ ਕਿ ਇਹ ਲੱਭ ਰਹੇ ਸੀਗੇ। ਮੇਰਾ ਇਹ ਸੀਗਾ ਕਿ ਮੈਨੂੰ ਇੱਕ ਪਾਥ ਮਿਲਿਆ ਹੋਇਆ ਸੀਗਾ, ਪਾਥ ਮਿਲਿਆ ਸੀ ਹਾਂ ਕਿ IPCC ਕਰ ਲਿਆ, ਇਹ ਹੋ ਗਿਆ। ਜਿਵੇਂ ਇਹਨਾਂ ਨੂੰ ਫੇਲੀਅਰਸ ਮਿਲ ਰਹੇ ਸੀ, ਮੈਨੂੰ ਸਕਸੈਸ ਮਿਲ ਰਿਹਾ ਸੀਗਾ। ਬਟ ਜਦੋਂ ਮੈਨੂੰ ਸਕਸੈਸ ਮਿਲ ਰਿਹਾ ਸੀ ਨਾ, ਉਹ ਸਕਸੈਸ ਨਾਲ ਵੀ ਨਾ ਅੰਦਰੋਂ ਸੈਟੀਸਫੈਕਸ਼ਨ ਨਹੀਂ ਹੋ ਰਹੀ ਸੀ। ਮਤਲਬ ਏਦਾਂ ਨਹੀਂ ਹੋ ਰਿਹਾ ਸੀਗਾ ਕਿ ਉਹ ਵਾਓ ਮੈਂ CA ਬਣਾਂਗੀ ਜਾਂ ਉਦਾਂ ਕਰਾਂਗੀ ਸਾਰਾ ਕੁਝ। ਔਰ ਮੈਂ ਬਹੁਤ ਵਾਰ ਆਪਣੇ ਆਪ ਨੂੰ ਮੋਟੀਵੇਟ ਵੀ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਬਹੁਤ ਸਾਰੇ ਜਾਣੇ ਤੁਹਾਡੇ ਵਿੱਚੋਂ ਵੀ ਏਦਾਂ ਹੋਏਗਾ, ਕੁਝ ਕਰ ਰਹੇ ਹੋਵੋਗੇ ਤੁਹਾਨੂੰ ਲੱਗੇਗਾ ਯਾਰ ਮੈਂ ਇਹ ਨਹੀਂ ਕਰਨਾ ਚਾਹੁੰਦਾ, ਮੈਂ ਕੁਝ ਹੋਰ ਕਰਨਾ ਚਾਹਨਾ ਜਾਂ ਫਿਰ ਮੈਂ ਕੁਝ ਹੋਰ ਕਰ ਸਕਦੀ ਹਾਂ। I can grab better opportunities ਜਾਂ ਮੈਂ better ਚੀਜ਼ਾਂ ਕਰ ਸਕਦੀ ਹਾਂ। ਫਿਰ ਹੁਣ ਉਹ ਕਿਵੇਂ ਐਵੇਂ ਸੌਖਾ ਥੋੜੀ ਹੈ ਡਿਸੀਜਨ ਲੈਣਾ। ਆਫ ਕੋਰਸ ਤੁਸੀਂ ਮੇਰੇ ਤੋਂ ਪਹਿਲਾਂ ਵੀ ਸੁਣਿਆ ਹੋਏਗਾ। ਤਾਂ ਏਦਾਂ ਕਰਦੇ ਫਿਰ ਜਦੋਂ ਫਾਈਨਲ ਆਇਆ 2016 ਚ ਮੇਰਾ ਸੀਗਾ ਫਾਈਨਲ ਅਟੈਂਪਟ। ਤਾਂ ਹੁਣ ਜਦ ਇੱਛਾ ਨਹੀਂ ਤਾਂ ਹੁਣ ਤੱਕ ਤਾਂ ਹੁੰਦਾ ਆ ਰਿਹਾ। ਇਹ ਮੂਮੈਂਟ ਏਦਾਂ ਆ ਗਈ ਸੀ ਕਿ ਮੇਰਾ ਪੜ੍ਹਨ ਦਾ ਵੀ ਜੀ ਬੰਦ ਕਰਨਾ ਬਣ ਗਿਆ। ਪਹਿਲਾਂ ਕੀ ਹੋ ਰਿਹਾ ਸੀ, ਮੈਂ ਪੇਪਰ ਤਾਂ ਦੇ ਰਹੀ ਸੀ, ਮੇਰਾ ਪੜ੍ਹਨ ਦਾ ਹੀ ਨਹੀਂ ਮਨ ਕਰ ਰਿਹਾ ਸੀ। ਮੈਨੂੰ ਯਾਰ ਮੈਂ ਕਿਉਂ ਪੜ੍ਹ ਰਹੀ ਹਾਂ, ਮਤਲਬ ਮੈਂ ਕੁਐਸਚਨ ਕਰਨਾ ਸ਼ੁਰੂ ਹੋ ਗਈ ਸੀ ਉਸ ਟਾਈਮ ਆਪਣੇ ਆਪ ਨੂੰ। ਏਦਾਂ ਸਾਰਾ ਕੁਝ ਮਤਲਬ ਉਹ ਚੀਜ਼ ਹੋ ਗਈ ਕਿ ਕਰ ਵੀ ਰਹੇ ਆ ਲੇਕਿਨ ਮਨ ਵੀ ਨਹੀਂ ਹੈਗਾ। ਉਸ ਟਾਈਮ ਫਿਰ ਮੈਂ ਪੜ੍ਹਨਾ ਵੀ ਬੰਦ ਹੋ ਗਿਆ। ਮੈਂ ਬੁੱਕ ਅੱਗੇ ਰੱਖਦੀ ਸੀ, ਮੈਨੂੰ ਸਮਝ ਹੀ ਨਹੀਂ ਆਉਂਦਾ ਸੀ ਕਿ ਚੱਲੇਗਾ 1 ਘੰਟਾ ਹੋ ਗਿਆ, 2 ਘੰਟਾ ਹੋ ਗਿਆ, ਮੈਂ ਫਿਰ ਦੇਖਦੀ ਸੀ ਇੰਨਾ ਸਿਲੇਬਸ ਪਿਆ, ਫਿਰ 2 ਘੰਟੇ ਹੋ ਗਏ, 3 ਘੰਟੇ ਹੋ ਗਏ, ਫਿਰ ਇੰਨਾ ਸਿਲੇਬਸ ਪਿਆ। ਤਾਂ ਏਦਾਂ ਕਰਦੇ ਇਵੈਂਚੁਅਲੀ ਕੀ ਹੋਇਆ ਕਿ ਗਰੁੱਪ 1 ਦਿੱਤਾ। ਪਹਿਲਾਂ ਤਾਂ ਦਿੱਤਾ ਨਹੀਂ ਕਿ ਮੈਂ ਸੋਚਿਆ ਕਿ ਮੈਂ 2016 ਵਾਲਾ ਅਟੈਂਪਟ ਹੀ ਨਹੀਂ ਦੇਣਾ, ਮੈਂ ਅਟੈਂਪਟ ਛੱਡਤਾ ਸੀਗਾ ਉਹ ਵਾਲਾ, ਠੀਕ ਹੈ। ਫਿਰ 2016 ਵਾਲਾ ਅਟੈਂਪਟ ਛੱਡਿਆ ਤਾਂ ਫਿਰ ਇਹ ਸੀ ਕਿ ਦੇਣਾ ਤਾਂ ਹੈ ਹੀ ਹੁਣ ਕਦੀ, ਮਤਲਬ ਉਹ 6 ਮਹੀਨੇ ਬਾਅਦ ਤਾਂ ਆ ਜਾਂਦਾ ਦੁਬਾਰਾ। ਫਿਰ ਮੈਂ ਦਿੱਤਾ। ਫਿਰ ਜਦੋਂ ਦਿੱਤਾ ਤਾਂ 2 ਐਗਜ਼ਾਮਸ ਦਿੱਤੇ, ਉਹਦੇ ਵਿੱਚ ਵੀ ਕਲੀਅਰ ਹੋ ਗਿਆ ਐਗਜ਼ਾਮ, ਠੀਕ ਹੈ। ਤਾਂ ਫਿਰ ਆਇਆ ਸੈਕਿੰਡ ਗਰੁੱਪ ਲੈ ਕੇ ਬਹਿ ਗਿਆ ਮੈਨੂੰ। IPCC ਵਿੱਚ ਵੀ ਬਹਿ ਗਿਆ ਸੀਗਾ। ਫਿਰ ਸੈਕਿੰਡ ਗਰੁੱਪ ਮੈਨੂੰ ਫਾਈਨਲ ਵਿੱਚ, ਜਦੋਂ ਮੈਂ ਫਾਈਨਲ ਤੱਕ ਪਹੁੰਚੀ ਤਾਂ ਫਿਰ ਮੇਰੇ ਹੱਥ ਖੜੇ ਹੋ ਚੁੱਕੇ ਸੀ ਕਿ ਮੈਂ ਐਗਜ਼ਾਮ ਨਹੀਂ ਦੇਣਾ। ਫਿਰ ਇੱਕ ਫਾਈਨਲੀ ਡਿਸੀਜਨ ਲਿੱਤਾ, ਉਹ ਤੁਸੀਂ ਸਟੋਰੀ ਮੇਰੀ ਸੁਣੀ ਹੋਏਗੀ ਕਿ ਫਿਰ ਇੱਕ ਫਾਈਨਲੀ ਡਿਸੀਜਨ ਲਿੱਤਾ ਰੱਬ ਜੀ ਦਾ ਨਾਮ ਲੈ ਕੇ, ਉਦੋਂ ਵੀ ਕਿ ਰੱਬ ਜੀ ਨਹੀਂ ਹੋ ਰਿਹਾ ਹੁਣ। ਔਰ ਪਹਿਲੀ ਵਾਰ ਜ਼ਿੰਦਗੀ 'ਚ ਏਦਾਂ ਹੋਇਆ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਬਟ ਪਹਿਲੀ ਵਾਰ ਮੇਰੀ ਸਟਰਗਲ ਕਿਉਂਕਿ ਮੇਰੇ ਨਾਲ ਹੀ ਸੀਗੀ, ਪਹਿਲੀ ਵਾਰ ਏਦਾਂ ਹੋਇਆ ਕਿ ਮੈਂ ਐਗਜ਼ਾਮ ਹਾਲ 'ਚੋਂ ਹੀ ਉੱਠ ਕੇ ਆ ਗਈ ਸੀ। ਔਰ ਮੈਂ ਐਗਜ਼ਾਮ ਹਾਲ 'ਚ ਇਸ ਲਈ ਉੱਠ ਕੇ ਆ ਗਈ ਕਿ ਜੇ ਮੈਂ ਇੱਥੋਂ ਉੱਠ ਕੇ ਨਾ ਗਈ, ਇਹ ਸਾਈਕਲ ਹੀ ਨਹੀਂ ਬ੍ਰੇਕ ਹੋ ਰਿਹਾ ਸੀਗਾ। ਮੈਂ ਆ ਰਹੀ ਸੀਗੀ, ਮੈਂ ਕਰ ਨਹੀਂ ਰਹੀ ਸੀਗੀ। ਔਰ ਉਸ ਟਾਈਮ ਉਹ ਪਹਿਲਾ ਟਾਈਮ ਸੀਗਾ ਜਦੋਂ ਮੈਂ ਲਾਈਫ ਵਿੱਚ ਫੇਲੀਅਰ ਦੇਖਿਆ ਕਿ ਮੈਂ ਐਗਜ਼ਾਮ ਦਿੱਤਾ ਔਰ ਮੈਂ ਪਾਸ ਨਹੀਂ ਹੋਈ ਕਿਉਂਕਿ ਮੈਂ ਲਿਖ ਕੇ ਨਹੀਂ ਆਈ ਸੀ ਵਿੱਚ ਕੁਝ। ਤਾਂ ਉਹ ਨਾ ਮੈਨੂੰ ਏਦਾਂ ਸੀਗਾ ਕਿ ਇਹ ਤੋਂ ਕੰਟੀਨਿਊ ਕਰਨਾ ਚਾਹੁੰਦੀ ਹਾਂ ਆਪਣੇ ਆਪ ਲਈ। ਤਾਂ ਮੈਨੂੰ ਸੀਗਾ ਕਿ ਨਹੀਂ, ਮੈਂ ਆਪਣੇ ਆਪ ਲਈ ਇਹ ਜਰਨੀ ਤਾਂ ਨਹੀਂ ਚਾਹੁੰਦੀ ਐਟਲੀਸਟ। ਸੋ ਉਸ ਟਾਈਮ ਜਦੋਂ ਮੈਂ ਉੱਠੀ, ਉਹ ਬੈਕ ਦੈਨ ਮੈਂ ਉਸ ਟਾਈਮ ਮੈਂ ਮੰਮਾ ਨੂੰ ਕਿਹਾ ਸੀਗਾ, ਮੈਨੂੰ ਭੰਗੜੇ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਤਾਂ ਉਸ ਟਾਈਮ ਮੈਂ ਮੰਮਾ ਨੂੰ ਕਿਹਾ ਸੀ 2016-17 'ਚ 2 ਹੀ ਚੀਜ਼ਾਂ ਸੀ ਮੈਨੂੰ ਸੀ, ਜਾਂ ਤਾਂ ਮੈਂ ਆਪਣਾ ਕੈਫੇ ਖੋਲਣਾ ਚਾਹੁੰਦੀ ਹਾਂ, ਢਾਬਾ ਜਾਂ ਕੁਛ, ਜਾਂ ਉਦੋਂ ਮੈਂ ਮੰਮਾ ਨੂੰ ਕਿਹਾ ਸੀ ਮੰਮਾ ਮੈਂ ਭੰਗੜੇ 'ਚ ਬਹੁਤ ਅੱਛੀ ਹਾਂ, ਮੈਂ YouTube ਚੈਨਲ ਖੋਲਣਾ ਚਾਹੁੰਦੀ ਹਾਂ। ਉਸ ਟਾਈਮ ਮੈਂ ਗੱਲ ਕੀਤੀ ਸੀ 2016-17 ਵਿੱਚ ਕਿ ਮੈਂ YouTube ਚੈਨਲ। ਤਾਂ ਮੰਮਾ ਕਹਿੰਦੇ ਫਿਰ ਉਹਦੇ ਨਾਲ ਕੀ ਕਰੇਂਗੀ? ਔਰ ਉਦੋਂ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਕਰਨਾ ਕੀ ਹੈ, ਉਦੋਂ ਪਤਾ ਹੀ ਨਹੀਂ ਹੋਣਾ ਕਿ ਇੰਨਾ ਐਕਸਪੋਜ਼ਰ ਹੁੰਦਾ YouTube ਤੇ। ਬਸ ਉਦੋਂ ਕਿਆ ਸੀ, ਔਰ ਉਦੋਂ ਨਾ ਬਲਕਿ ਟਾਈਮ ਸੀਗਾ ਜਦੋਂ ਚੜ ਰਹੇ ਸੀਗੇ YouTube ਚੈਨਲਸ, ਪਰ ਮੈਨੂੰ ਵੀ ਨਹੀਂ ਪਤਾ ਸੀਗਾ। ਮੈਂ ਤਾਂ ਵੈਸੇ ਹੀ ਕਿਹਾ ਕਿ ਮੈਨੂੰ ਸ਼ੌਂਕ ਹੈ ਕਿ ਮੈਂ ਤਾਂ ਕਲਾਸਿਸ ਲੈ ਲਿਆ ਕਰੂੰਗੀ ਆਨਲਾਈਨ ਜਾਂ ਸਾਰਾ ਕੁਝ ਕਰ ਲਿਆ ਕਰੂੰਗੀ। ਤਾਂ ਉਦੋਂ ਨਹੀਂ ਹੋਇਆ। ਹੁਣ ਉਦੋਂ ਨਾ ਆਲੇ ਦੁਆਲੇ ਮਾਹੌਲ ਕੀ ਸੀਗਾ,
ਇੱਕ ਵੱਡੀ ਕੁੜੀ ਘਰ ਦੀ ਜੋ ਕਿ ਅੱਛਾ ਖਾਸਾ ਕਰੀਅਰ ਛੱਡ ਮਤਲਬ ਚੁੱਕੀ ਇਹ ਵੀ ਹੈ। ਇੱਕ ਤਰ੍ਹਾਂ ਦਾ ਫੀਅਰ ਸੀ ਆਨ ਹਾਂ, ਮਾਈਂਡ ਵਿੱਚ। ਕਿਉਂਕਿ ਛੱਡ ਚੁੱਕੀ ਸੀ ਮੈਂ। ਫਿਰ ਇਦਾਂ ਹੋ ਰਿਹਾ ਸੀ ਕਿ ਸਾਰੇ ਯਾਰ ਮੈਨੂੰ ਦੇਖ ਰਹੇ, ਇਸ ਤੋਂ ਜ਼ਿਆਦਾ ਕਿ ਸਾਰੇ ਮੈਨੂੰ ਦੇਖ ਰਹੇ ਹੁੰਦੇ, ਮੈਂ ਆਪਣੇ ਆਪ ਨੂੰ ਦੇਖ ਰਹੀ ਸੀ ਕਿ ਸਾਰੇ ਸੋਚ ਰਹੇ ਹੋਣਗੇ ਕਿ ਵਾਹ ਦੀਦੀ ਨੇ ਤਾਂ ਕੀ ਕੀਤਾ ਹੈ ਹਨਾ। ਫਰੈਂਡਸ ਸੋਚ ਰਹੇ ਹੋਣਗੇ ਕਿ ਇਹ ਤਾਂ ਲਾਈਫ 'ਚ ਸੀਰੀਅਸ ਨਹੀਂ ਹੈਗੀ। ਤੁਹਾਡੇ ਮੰਮਾ ਪਾਪਾ ਸੋਚ ਰਹੇ ਹੋਣਗੇ ਕਿ ਕਿੱਥੇ ਅਸੀਂ ਕੁੜੀ ਦਾ ਵਿਆਹ ਦੇ ਬਾਰੇ ਸੋਚਣਾ ਸੀਗਾ ਤੇ ਕਿੱਥੇ ਆਪਣਾ ਕਰੀਅਰ ਛੱਡ ਕੇ ਬਹਿ ਗਈ ਹੈ। ਤਾਂ ਇੱਕ ਨਾ ਫੇਲੀਅਰ ਵਾਲੀ ਫੀਲਿੰਗ ਉਹ ਬਹੁਤ ਅਜੀਬ ਆਉਂਦੀ ਹੈ, ਬਹੁਤ ਖਤਰਨਾਕ ਹੈ। ਔਰ ਉਹ ਇਦਾਂ ਆਉਂਦੀ ਹੈ ਕਿ ਯਾਰ ਅਸੀਂ ਕੀ ਕਰਨਾ ਹੁਣ। ਮੈਂ ਉਹ ਤਾਂ ਛੱਡ ਆਈ, ਮੈਨੂੰ ਇਹ ਪਤਾ ਨਹੀਂ ਕਿ ਮੈਂ ਕੀ ਕਰਨਾ। ਹੁਣ ਤੁਸੀਂ ਰੇਟ ਕਰਿਓ ਜੋ ਮਨਮੀਤ ਗੱਲ ਕਰ ਰਹੀ ਹੈ ਤੇ ਜੇ ਮੈਂ ਵੀ ਜਿਹੜੀ ਗੱਲ ਕਰਕੇ ਹਟਿਆ, ਆਪਾਂ ਦੋਨਾਂ ਨੇ ਇੱਕ ਇਦਾਂ ਦਾ ਫੇਸ ਦੇਖਿਆ ਜਿਹਦੇ ਵਿੱਚ ਇੱਕ ਟਾਈਮ ਮੈਂ ਸੁਸਾਈਡ ਕਰਨ ਲੱਗਿਆ ਸੀ ਤੇ ਇੱਕ ਟਾਈਮ ਇਹ ਸੋਚ ਰਹੀ ਸੀ ਕਿ ਜ਼ਿੰਦਗੀ ਖਤਮ ਹੈ, ਜੋ ਤੁਹਾਨੂੰ ਪ੍ਰੈਜ਼ੈਂਟ ਇਹ ਦੱਸ ਰਹੀ ਆ। ਲੇਕਿਨ ਅੱਜ ਤੁਹਾਡੇ ਸਾਹਮਣੇ ਦੋਨੇ ਨੇ ਬੈਠ ਕੇ ਗੱਲ ਕਰ ਰਹੇ ਆ, ਤੁਸੀਂ ਸਾਨੂੰ ਦੇਖਦੇ ਹੋ, ਹੱਸਦਿਆਂ ਨੂੰ, ਖੇਡਦਿਆਂ ਨੂੰ, ਸਾਡੀ ਲਾਈਫ ਦੇਖ ਰਹੇ ਹੋ। ਇਮੇਜਿਨ ਕਰੋ ਕਿ 2016 ਦੀ ਅਗਰ ਇਹ ਗੱਲ ਕਰ ਰਹੀ ਹੈ, ਅੱਜ 2023 ਚੱਲਦਾ, ਤਾਂ 7 ਸਾਲ ਦੇ ਵਿੱਚ ਕਹਾਣੀ ਡਿਫਰੈਂਟ ਹੋਗੀ। ਪਰ ਉਹਦੇ ਵਾਸਤੇ ਇੱਥੇ ਤੱਕ ਜੇ ਨਾ ਆਉਂਦੇ ਹੌਸਲੇ ਨਾਲ ਤਾਂ ਕੀ ਆਪਾਂ ਤੁਹਾਡੇ ਨਾਲ ਗੱਲ ਕਰ ਪਾਉਂਦੇ? ਨਹੀਂ ਪੋਸੀਬਲ ਸੀਗਾ। ਸੋ ਪਰਪਸ ਕੀ ਹੈ ਇਹ ਸਾਰੀ ਗੱਲ ਕਰਨ ਦਾ ਕਿ ਹਾਲਾਤ ਬਦਲਦੇ ਨੇ, ਹਾਲਾਤ ਮਾੜੇ ਆਉਂਦੇ ਨੇ, ਹਾਲਾਤ ਚੰਗੇ ਵੀ ਆਉਂਦੇ ਨੇ। ਸਾਨੂੰ ਹਰ ਚੀਜ਼ ਨੂੰ ਦੋਨੇ ਹੱਥਾਂ ਨਾਲ ਅਪਣਾਉਣਾ ਆਉਣਾ ਚਾਹੀਦਾ ਹੈ ਤਾਂ ਕਿ ਅਗਰ ਬੁਰੀ ਸਿਚੁਏਸ਼ਨ ਆ ਉਹਨੂੰ ਬਦਲ ਕੇ ਚੰਗੀ ਦੇ ਵਿੱਚ ਆਇਆ ਜਾ ਸਕੇ ਤੇ ਜੇ ਚੰਗੀ ਸਿਚੁਏਸ਼ਨ ਆ ਉਹਦਾ ਸ਼ੁਕਰ ਮਨਾਇਆ ਜਾ ਸਕੇ। ਤੇ ਫਿਰ ਉਸ ਤੋਂ ਬਾਅਦ ਹੁਣ ਜੀ ਬਈ ਹੋ ਗਿਆ ਕਿ ਬਈ ਫੇਲਿਅਰ ਹੈ। ਹੁਣ ਮੰਮਾ ਪਾਪਾ ਵੀ ਕਹਿਣ ਤੇ ਮੇਰੇ ਪਾਪਾ ਨੇ ਨਾ ਮੈਨੂੰ ਇੱਕ ਚੀਜ਼ ਕਹੀ ਸੀ ਕਿ ਖੜੀ ਨਾ, ਕਿ ਜੇ ਖੜਿਆ ਹੋਇਆ ਪਾਣੀ ਨਾ ਉਹ ਵੀ ਸਮੈਲ ਮਾਰਨ ਲੱਗ ਪੈਂਦਾ ਤਾਂ ਖੜੀ ਨਾ। ਹੁਣ ਮੈਂ ਸੋਚਿਆ ਯਾਰ ਤਿੰਨੋਂ ਜਾਣੇ ਜਾਂਦੇ ਹੁੰਦੇ ਸੀ, ਸੁਪ੍ਰੀਤ ਆਪਣਾ ਪੜਨ ਜਾਂਦੀ ਹੁੰਦੀ ਸੀ, ਮੰਮਾ ਆਪਣਾ, ਪਾਪਾ, ਮੈਂ ਸਾਰਿਆਂ ਨੂੰ ਟਿਫਨ ਪੈਕ ਕਰਕੇ ਦੇਣੇ। ਔਰ ਮੇਰੇ ਮੰਮਾ ਨੇ ਇੱਕ ਵਾਰ ਕਹਿਤਾ ਮੈਨੂੰ ਕਿ ਬਈ ਤੂੰ ਆਈ ਕਰਨਾ ਐਂਡ ਇਟ ਮੇਡ ਮੀ ਕੁਐਸਚਨ ਕਿ ਯਾਰ ਮੈਂ ਆਈ ਕਰਨਾ। ਫਿਰ ਉਹੀ ਗੱਲ ਕਿ ਬਾਹਰ ਜਾਣਾ। ਫਿਰ ਬੰਦੇ ਨੂੰ ਜਦੋਂ ਕੁਛ ਨਹੀਂ ਸਮਝ ਆਉਂਦਾ ਨਾ ਫਿਰ ਬਾਹਰ ਜਾਣਾ। ਫਿਰ ਮੈਂ ਕਹਿੰਦੀ ਮੈਂ ਬਾਹਰ ਜਾਣਾ, ਬਾਹਰ ਜਾਣਾ। ਬਾਹਰ ਪੁੱਛਿਆ, ਬਾਹਰ ਕੋਈ ਜ਼ਰੀਆ ਨਹੀਂ ਜਾਣਦਾ ਕਿ ਕਿਵੇਂ ਜਾ ਸਕਦੇ ਆ। ਮੈਂ ਸੋਚਿਆ ਮੈਂ ਕਾਮਰਸ ਤਾਂ ਕਰਨੀ ਨਹੀਂ ਚਾਹੁੰਦੀ। ਉਹ ਕਹਿੰਦਾ ਕਾਮਰਸ ਦੇ ਬੇਸਿਸ ਤੇ ਬਾਹਰ ਚਲ ਜਾ। ਮੈਂ ਕਿਹਾ ਮੈਂ ਨਹੀਂ ਜਾਣਾ, ਮੈਂ ਸਾਈਕੋਲੋਜੀ ਦੇ ਬੇਸਿਸ ਤੇ ਜਾਣਾ। ਕਹਿੰਦੇ ਸਾਈਕੋਲੋਜੀ ਦੇ ਬੇਸਿਸ ਤੇ ਜਾ ਨਹੀਂ ਸਕਦੇ। ਫਿਰ ਕਰ ਕਰਾ ਕੇ ਏਦਾਂ ਹੋਇਆ, ਬਹੁਤ ਇੰਸਟੀਟਿਊਟ ਮੈਂ ਖੁਦ ਹੀ ਗਈ। ਮੰਮਾ ਪਾਪਾ ਕਹਿੰਦੇ ਕਿ ਤੂੰ ਆਪੇ ਹੀ ਲੱਭ ਸਾਰਾ ਕੁਝ। ਫਿਰ ਮੈਂ 17 ਸੈਕਟਰ ਗਈ, ਕੈਨਮ ਤੇ ਫਾਈਲ ਦਿਖਾਈ, ਦੂਜੇ ਪਾਸੇ ਗਈ, ਆਈਲੈਟਸ ਦਾ ਪਤਾ ਕਰਕੇ ਆਈ। ਆਈਲੈਟਸ ਨਹੀਂ ਫਿਰ ਮੈਂ ਆਇਲਸ ਦਾ ਪਤਾ ਕਰਕੇ ਆਈ। ਤੇ ਫਿਰ ਕਰਦੇ ਕਰਦੇ ਮੈਂ ਸੋਚਿਆ ਕਿ ਮੈਂ ਇੱਕ ਇੰਸਟੀਚਿਊਟ ਤੇ ਲੱਗਣਾ। ਮੈਂ ਆਇਲਸ ਦੀ ਤਿਆਰੀ ਕਰਨੀ ਸਟਾਰਟ ਕੀਤੀ। ਆਇਲਸ ਦੀ ਤਿਆਰੀ ਕਰਨੀ ਸਟਾਰਟ ਕੀਤੀ। ਉਹਦੇ ਵਿੱਚ ਮੀਨਵਾਈਲ ਮੈਨੂੰ ਨੈਟਵਰਕ ਮਾਰਕੀਟਿੰਗ ਦਾ ਪਤਾ ਚੱਲ ਗਿਆ। ਹੁਣ ਮੈਂ ਆਇਲਸ ਦਾ ਐਗਜ਼ਾਮ ਦਿੱਤਾ, ਉੱਥੇ ਮੈਂ ਡੈਡੀਕੇਸ਼ਨ ਨਾਲ ਫਿਰ ਪੜ੍ਹਨਾ ਸ਼ੁਰੂ ਕੀਤਾ ਕਿ ਹੁਣ ਮੈਂ ਬਾਹਰ ਜਾਊਂਗੀ। ਤਾਂ ਆਇਲਸ ਦਾ ਪੇਪਰ ਮੈਂ ਕਲੀਅਰ ਕਰ ਲਿਆ ਅੱਛੇ ਗ੍ਰੇਡਸ ਨਾਲ, ਠੀਕ ਹੈ। ਉਹਦੇ 'ਚ ਮੈਂ ਮਿਹਨਤ ਕੀਤੀ ਪੂਰੀ। ਫਿਰ ਉਸ ਤੋਂ ਬਾਅਦ ਜਦੋਂ ਮੈਂ ਨੈਟਵਰਕ ਮਾਰਕੀਟਿੰਗ, ਜਦੋਂ ਆਇਲਸ ਦਾ ਆ ਗਏ ਮਾਰਕਸ, ਤਾਂ ਆ ਗਏ ਮੇਰੇ 7.5 ਬੈਂਡ ਆਏ ਸੀ ਨਾ। ਜਦ 7.5 ਬੈਂਡ ਆ ਗਏ ਤਾਂ ਬਈ ਖੁਸ਼ ਹੋ ਗਏ ਸਾਰਾ ਕੁਝ ਕਿ ਫਾਈਲ ਲਾਈਏ, ਸਾਰਾ ਕੁਝ ਲਾਈਏ। ਇਨ ਦਾ ਮੀਨਵਾਈਲ ਨੈਟਵਰਕ ਮਾਰਕੀਟਿੰਗ 'ਚ ਮੈਨੂੰ ਇਦਾਂ ਦਾ ਐਕਸਪੋਜ਼ਰ ਮਿਲਿਆ ਕਿ ਮੈਂ ਦੇਖਿਆ ਕਿ ਯਾਰ ਜਦੋਂ ਮੈਂ ਨੈਟਵਰਕ ਮਾਰਕੀਟਿੰਗ, ਤੁਸੀਂ ਅਗਰ ਦੇਖਿਆ ਹੋਏ ਨਾ ਨੈਟਵਰਕ ਮਾਰਕੀਟਿੰਗ, ਮੈਂ ਅੱਜ ਤੱਕ ਉਸ ਐਕਸਪੀਰੀਅੰਸ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਔਰ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਤੁਹਾਨੂੰ ਡਿਵੈਲਪ ਕਰਦਾ, ਮੈਨੂੰ ਇਦਾਂ ਲੱਗਦਾ। ਹਾਂ, ਉੱਥੇ ਨਾ ਜਦੋਂ ਮੈਂ ਗਈ ਉਹਨਾਂ ਦੇ ਸੈਮੀਨਾਰ 'ਚ, ਮੈਂ ਦੇਖਿਆ ਕਿ ਇੱਕ ਬੰਦਾ ਆਟੋ ਤੇ ਆ ਰਿਹਾ ਹੈ, ਇੱਕ ਬੰਦਾ ਸਾਈਕਲ ਤੇ ਆ ਰਿਹਾ ਹੈ, ਇੱਕ ਬੰਦੇ ਕੋਲ ਵਹੀਕਲ ਹੀ ਨਹੀਂ ਹੈ, ਬੱਸ ਚੜ੍ਹ ਕੇ ਆਇਆ ਹੋਇਆ ਹੈ, ਬਟ ਉਹ ਸੁਪਨੇ ਵੱਡੇ ਲੈ ਰਿਹਾ। ਉਹ ਸੁਪਨੇ ਉਹਨਾਂ ਦੇ ਦਿਮਾਗ 'ਚ ਸਾਰਿਆਂ ਦੇ ਇਹ ਹੈ ਕਿ ਅੱਜ ਆਟੋ 'ਚ ਆਇਆ ਤਾਂ ਕੱਲ ਗੱਡੀ ਹੋਏਗੀ, ਤਾਂ ਉਹਦੇ ਲਈ ਉਹ ਭੱਜਣਗੇ ਤਾਂ ਕੰਮ ਕਰਨਗੇ। ਬੇਸਿਕਲੀ ਫੀਲਿੰਗ ਸੀਗੀ ਅੰਦਰ। ਤੇ ਮੈਂ ਇੱਥੇ ਦੇਖਿਆ ਔਰ ਮੈਂ ਉਸ ਦਿਨ ਨਾ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ, ਮੇਰਾ ਫਰਸਟ ਸੈਮੀਨਾਰ ਸੀਗਾ ਤੇ ਮਾਪੀ ਨੇ ਬੁਲਾਇਆ ਉੱਥੇ ਕਿ ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ, ਔਰ ਮੈਂ ਉੱਥੇ ਵੀ ਰੋ ਪਈ ਜਾਂਦੀ। ਮੈਂ ਮਾਪੀ ਦੇ ਸਾਹਮਣੇ ਰੋ ਪਈ ਸੀ ਉੱਥੇ ਔਰ ਮੈਂ ਤਾਂ ਰੋ ਪਈ। ਐਂਡ ਮੈਂ ਸੋਚਿਆ ਮੈਂ ਰੋ ਕਿਉਂ ਰਹੀ ਹਾਂ। ਮੈਨੂੰ ਲੱਗਿਆ ਮੈਨੂੰ ਇੱਕ ਏਦਾਂ ਦਾ ਐਕਸਪੀਰੀਅੰਸ ਚਾਹੀਦਾ ਸੀਗਾ ਕਿ ਜਿੱਥੇ ਮੈਨੂੰ ਲੱਗ ਰਿਹਾ ਕਿ ਲੋਕੀ ਸੁਪਨੇ ਦੇਖ ਰਹੇ ਨੇ, ਕਿ ਉਹਨਾਂ ਦੇ ਹੱਥ 'ਚ ਕੁਝ ਹੈ, ਹੱਥ 'ਚ ਤਾਂ ਕੁਝ ਵੀ ਨਹੀਂ ਹੈਗਾ, ਕਿ ਉਹਨਾਂ ਦੇ ਹੱਥ 'ਚ ਨਹੀਂ ਹੈ। ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਮਿਹਨਤ ਕਰਾਂਗੇ ਸਾਨੂੰ ਇਹ ਚੀਜ਼ ਮਿਲ ਜੇਗੀ। ਤੇ ਉਹ ਕੀ ਕਹਿ ਰਹੇ ਨੇ, ਅਸੀਂ 5 ਸਾਲ ਬਾਅਦ ਗੱਡੀਆਂ ਲਵਾਂਗੇ, 5 ਸਾਲ ਬਾਅਦ ਘਰ ਲਵਾਂਗੇ। ਹੁਣ ਜੇ ਲੈਟਸ ਸਪੋਜ਼ ਉਹ 5 ਸਾਲ ਬਾਅਦ ਨਹੀਂ ਵੀ ਪੂਰਾ ਹੁੰਦਾ, ਬਟ ਜੋ ਮਿਹਨਤ ਕਰਨਗੇ 5 ਸਾਲ ਆਪਣੀ ਡਿਵੈਲਪਮੈਂਟ ਤਾਂ ਹੋਏਗੀ, ਸੈਲਫ ਡਿਵੈਲਪਮੈਂਟ ਤਾਂ ਹੋਏਗੀ ਨਾ। ਤਾਂ ਉੱਥੇ ਨਾ ਮੈਂ ਫਰਸਟ ਡੇ ਰੋ ਪਈ ਔਰ ਮੈਨੂੰ ਇੰਨਾ ਪਸੰਦ ਆਣਾ ਸ਼ੁਰੂ ਹੋ ਗਿਆ ਕਿ ਮੈਂ ਉਹਨਾਂ ਦੀ ਸਾਰੀਆਂ ਮੀਟਿੰਗਸ ਅਟੈਂਡ ਕਰਨੀਆਂ ਸ਼ੁਰੂ ਕਰਤੀ। ਹੁਣ ਮੈਂ ਅਟੈਂਡ ਕਰਦੀ ਰਹੀ ਤਾਂ ਟਾਈਮ ਆਇਆ ਕਿ ਫਾਈਲ ਲਵਾਨੀ ਹੈ।
ਤਾਂ ਉਸ ਟਾਈਮ ਤੱਕ ਏਦਾਂ ਹੋ ਗਿਆ, ਮੈਂ ਮੰਮਾ ਨੂੰ ਕਿਹਾ ਕਿ ਮੈਂ ਫਾਈਲ ਨਹੀਂ ਲਾਣੀ ਬਾਹਰ ਦੀ। ਔਰ ਮੇਰੇ ਘਰ ਦੇ ਬਾਈ ਮਤਲਬ ਮੈਂ ਇੰਨਾ ਦੁਖੀ ਕੀਤਾ ਨਾ ਉਹਨਾਂ ਨੇ ਇਸ ਮਾਮਲੇ ਦਾ, ਕਿਉਂਕਿ ਆਲਮੋਸਟ ਜਾਂ ਤਾਂ ਹੈ ਨਾ ਕਿ ਬੱਚੇ 'ਚ ਕੋਈ ਪ੍ਰੋਬਲਮ ਆ ਰਹੀ ਹੈ, ਆਲਮੋਸਟ ਉੱਥੇ ਪਹੁੰਚ ਜਾਂਦੀ ਸੀ, ਪੇਪਰ ਕਲੀਅਰ ਕਰ ਲਿਆ ਬਾਈ। ਉਹਨਾਂ ਨੂੰ ਲੱਗਦਾ ਸੀ ਕਿ ਇਹਨੂੰ ਜ਼ਿੰਦਗੀ 'ਚ ਕਲੈਰਿਟੀ ਨਹੀਂ ਹੈ, ਇਹਨੇ ਤਬਾਹ ਕਰ ਲੈਣੀ ਹੈ ਆਪਣੀ ਲਾਈਫ। ਤਾਂ ਮੈਂ ਕਿਹਾ ਜਦੋਂ ਵੀ ਆਪਾਂ ਕੋਈ ਸਿਚੁਏਸ਼ਨ ਨੂੰ ਚੂਜ਼ ਕਰ ਰਹੇ ਹੁੰਦੇ ਆ ਨਾ, ਆਪਾਂ ਬਾਕੀ ਸਾਰੀਆਂ ਗੱਲਾਂ ਨੂੰ ਅਗਰ ਸਾਈਡ ਤੇ ਰੱਖੀਏ, ਇੱਕ ਚੀਜ਼ ਰੁਕ ਨਹੀਂ ਰਹੀ ਹੁੰਦੀ। ਦੱਸੋ ਕੀ? ਟਾਈਮ ਨਹੀਂ ਰੁਕ ਰਿਹਾ। ਤੇ ਘਰਦਿਆਂ ਨੂੰ ਕੀ ਹੁੰਦਾ, ਹੁਣ ਬੀਇੰਗ ਅ ਗਰਲਸ ਪੈਰੈਂਟ, ਉਹਨਾਂ ਦੀ ਰਿਸਪੌਂਸਿਬਿਲਿਟੀ ਕੀ ਸੀਗੀ ਕਿ ਯਾਰ ਇੱਕ ਏਜ ਤੇ ਹੋਏ, ਇੱਕ ਹੋਏ ਤਾਂ ਕਿ ਆਪਾਂ ਇਹਦਾ ਪਰਸਨਲ ਵੀ ਦੇਖ ਸਕੀਏ, ਇਹਦਾ ਮੈਰਿਜ ਦਾ ਵੀ ਦੇਖ ਸਕੀਏ, ਕਿਉਂਕਿ ਘਰਦਿਆਂ ਦਾ ਉਹ ਡ੍ਰੀਮ ਹੁੰਦਾ ਹੈ ਨਾ। ਐਂਡ ਇਹ ਮੈਂ ਸਮਾਈਲ ਕਰਕੇ ਦੱਸ ਰਹੀ ਹਾਂ, ਉਸ ਟਾਈਮ ਬਈ ਤੋਤੇ ਉੜੇ ਹੁੰਦੇ ਸੀ, ਉਸ ਟਾਈਮ ਨਹੀਂ ਸਮਾਈਲ ਆਉਂਦੀ ਹੁੰਦੀ ਸੀ। ਕਿਉਂਕਿ ਉਸ ਟਾਈਮ ਨਾ ਆਪਣੇ ਆਪ ਤੇ ਡਾਊਟ ਬਹੁਤ, ਮੈਂ ਬਹੁਤ ਵਾਰ ਆਪਣੇ ਆਪ ਨਾਲ, ਮਤਲਬ ਅਗਰ ਮੈਂ ਹੁਣ ਵੀ ਉਹ ਟਾਈਮ ਯਾਦ ਕਰਾਂ ਤਾਂ ਬਹੁਤ ਵਾਰ ਆਪਣੇ ਆਪ ਨਾਲ ਸੈਲਫ ਟਾਕ ਕਰਦੀ ਸੀ ਕਿ ਮੈਂ ਵੱਡੀ ਆ ਜਿਵੇਂ, ਹੈ ਨਾ। ਬਹੁਤ ਇਦਾਂ ਦੇ ਪਰਸਨ ਦੇਖਣ ਵਾਲੇ ਹੋਣਗੇ ਜਿਹੜੇ ਇਸ ਟਾਈਮ ਇਕੱਲੇ ਘਰ ਦੇ ਵਿੱਚ ਇਹ ਸੋਚ ਰਹੇ ਹੋਣਗੇ ਕਿ ਜ਼ਿੰਦਗੀ 'ਚ ਕੀ ਬਣੂਗਾ। ਤਾਂ ਉਹ ਜਦੋਂ ਸੋਚ ਰਹੇ ਨੇ, ਉਹਦੇ ਦਿਮਾਗ 'ਚ ਨੈਗੇਟਿਵ ਪੋਜ਼ਿਟਿਵ ਥੋਟ ਆਉਂਦੇ ਨੇ, ਜ਼ਿਆਦਾਤਰ ਨੈਗੇਟਿਵ ਅਟਰੈਕਟ ਕਰਦੇ ਨੇ ਕਿ ਯਾਰ ਕੁਝ ਨਹੀਂ ਬਣਨਾ ਹੈ। ਤਾਂ ਇਹ ਜੋ ਗੱਲਾਂ ਆਪਾਂ ਕਰ ਰਹੇ ਹਾਂ, ਤਾਂ ਇੱਥੋਂ ਤੁਸੀਂ ਇਹ ਚੀਜ਼ ਨੂੰ ਸਮਝ ਲਓ ਕਿ ਬਣ ਤਾਂ ਸਕਦਾ। ਹਾਂ, ਤੇ ਉਸ ਟਾਈਮ ਨਾ ਸੀਰੀਅਸਲੀ ਏਦਾਂ ਹੀ ਸੀ, ਉਸ ਟਾਈਮ ਏਦਾਂ ਹੀ ਸੀਗਾ ਬਹੁਤ ਜ਼ਿਆਦਾ। ਮੈਂ ਪਤਾ ਕੀ ਕੰਮ ਵਾਲੀ ਜਾਂਦੀ ਸੀ, ਮੈਂ ਪੋਚੇ ਲਾਉਣਾ ਸ਼ੁਰੂ ਕਰ ਦਿੰਦੀ ਸੀ, ਬਾਥਰੂਮ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਸੀ, ਸਾਰਾ ਕੁਝ ਕਰ ਰਹੀ ਸੀ। ਹਾਂ, ਮੰਮਾ ਦੱਸਦੇ ਵੀ ਸੀਗੇ ਨਾ, ਇਹ ਸੁੱਚਾਂ ਨੂੰ ਇਦਾਂ ਦਾ ਕਰਕੇ ਸਾਫ਼ ਕਰਦੀ ਹੁੰਦੀ ਸੀ। ਬਟ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਮੈਂ ਕੀ ਕਰਨਾ, ਔਰ ਮੇਰਾ ਕੋਈ ਗੋਲ ਵੀ ਨਹੀਂ ਸੀਗਾ। ਸੱਚੀ ਦੱਸਾਂ ਤਾਂ ਮੇਰਾ ਕੋਈ ਗੋਲ ਨਹੀਂ ਸੀਗਾ ਕਿ ਕੀ ਕਰਨਾ। ਹੁਣ ਕੋਈ ਪੁੱਛੇ ਯਾਰ, ਸਾਰੇ ਇੰਨੇ ਬਲੈਸਡ ਨਹੀਂ ਹੁੰਦੇ ਕਿ ਸਾਰਿਆਂ ਦਾ ਵਿਜ਼ਨ ਕਲੀਅਰ ਹੋਏ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ। ਮੇਰਾ ਵੀ ਨਹੀਂ ਸੀ, ਮੇਰਾ ਨਹੀਂ ਸੀਗਾ ਕਲੀਅਰ। ਮੈਂ ਤੁਹਾਨੂੰ ਦੱਸਿਆ ਕਿ ਨਹੀਂ, ਮੈਨੂੰ ਨਹੀਂ ਦੱਸਿਆ। ਮੈਂ ਜਿਵੇਂ ਮੇਰਾ ਮਨ ਅੰਦਰੋਂ ਕੀ ਕਰਦਾ ਸੀ, ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀਗਾ। ਪਰ ਦੇਖੋ ਕ੍ਰਿਕਟਰ ਦੇਖ, ਹੁਣ ਤਾਂ ਮੈਚ ਵੀ ਨਹੀਂ ਦੇਖ ਹੁੰਦਾ ਇੰਨਾ ਬਿਜ਼ੀ। ਤੇ ਫਿਰ ਉਸ ਤੋਂ ਬਾਅਦ ਜੀ ਟਾਈਮ ਆਇਆ ਜਦੋਂ ਨੈਟਵਰਕ ਮਾਰਕੀਟਿੰਗ ਹੋ ਗਈ। ਫਿਰ ਦਸੰਬਰ ਤੱਕ ਬਹੁਤ ਅੱਛਾ ਕੀਤਾ। ਹਾਂ, ਫਿਰ ਉੱਥੇ ਵੀ ਮੈਂ ਫੇਲ ਨਹੀਂ ਹੋਈ, ਉੱਥੋਂ ਵੀ ਮੇਰੇ ਚੈੱਕਸ ਆਣੇ ਸ਼ੁਰੂ ਹੋ ਗਏ ਸੀਗੇ। ਐਂਡ ਮੈਂ ਪਹਿਲਾ ਕਿਹੜਾ ਲੈਵਲ ਹੁੰਦਾ ਸੀ ਜਨ, FBO ਆਫਿਸਰ ਦਾ, ਫਿਰ ਉਸ ਤੋਂ ਬਾਅਦ ਸੁਪਰਵਾਈਜ਼ਰ ਦਾ, ਜਿੱਥੇ 25 CC ਚਾਹੀਦੇ ਹੁੰਦੇ, ਫਿਰ ਮੈਂ ਸੁਪਰਵਾਈਜ਼ਰ ਦਾ ਲੈਵਲ ਕਲੀਅਰ ਕਰ ਲਿਆ। ਮਤਲਬ ਮੈਂ ਉੱਥੇ ਵੀ ਚੱਲਣਾ ਸ਼ੁਰੂ ਹੋ ਗਈ, ਗਰੋਥ ਉੱਥੇ ਵੀ ਲੈ ਰਹੀ ਹੈ। 25 CC ਸੁਪਰਵਾਈਜ਼ਰ ਬਣ ਗਈ, ਚੈੱਕ ਆ ਗਿਆ ਘਰ, ਐਂਡ ਉਹ ਲੈਟਰ ਆ ਗਈ ਕਿ ਤੁਸੀਂ ਸੁਪਰਵਾਈਜ਼ਰ ਬਣ ਰਹੇ ਹੋ। ਫਿਰ ਸੰਤੁਸ਼ਟੀ ਨਹੀਂ ਆ ਰਹੀ ਕਿ ਯਾਰ ਇਹੀ ਕਰਨਾ ਹੁਣ ਪੂਰੀ ਲਾਈਫ। ਮਤਲਬ ਮੀਟਿੰਗਸ ਵੀ ਕੀਤੀਆਂ ਮੈਂ ਸਾਰਿਆਂ ਨੂੰ, ਇੱਕ ਚੀਜ਼ ਬਦਲੀ, ਦੂਜੀ ਬਦਲੀ, ਤੀਜੀ ਬਦਲੀ, ਬਦਲ ਕੇ ਹਾਲੇ ਵੀ ਸੰਤੁਸ਼ਟੀ ਨਹੀਂ। ਮਤਲਬ ਉਹਦੇ ਵਿੱਚ ਵੀ ਚੈੱਕਸ ਆਣੇ ਸ਼ੁਰੂ ਹੋ ਗਏ। ਮਤਲਬ ਪੈਸਾ ਤਾਂ ਉੱਥੋਂ ਵੀ ਕਮਾ ਸਕਦੀ ਸੀ ਮੈਂ, ਕਿਉਂਕਿ ਸਟਾਰਟਿੰਗ ਤੋਂ ਹੀ ਮੇਰਾ ਐਜ਼ ਆਫ ਨਾਓ ਮਨੀ ਦੀ ਇੰਨੀ ਪ੍ਰਾਇੋਰਿਟੀ ਉਵੇਂ ਨਹੀਂ ਰਹੀ ਕਿ ਪੈਸੇ ਪਿੱਛੇ ਮੈਂ ਕੁਝ ਵੀ ਕਰ ਸਕਦੀ, ਕਿਉਂਕਿ ਫਿਰ ਜੋ ਪੈਸਾ ਹੁੰਦਾ ਤਾਂ ਫਿਰ ਤਾਂ CA ਵੀ ਕਰ ਸਕਦੀ ਸੀ, ਉਹ ਤਾਂ ਬਹੁਤ ਹੀ ਅੱਛਾ ਪੈਸਾ ਅਰਨਿੰਗ ਸੋਰਸ ਆ। ਫਿਰ ਸੋਚਿਆ ਕਿ ਨਹੀਂ ਯਾਰ, ਕਿ ਪੂਰਾ ਲਾਈਫ ਨਹੀਂ ਕਰ ਸਕਦੀ, ਐਕਸਪੀਰੀਅੰਸ ਵਜੋਂ ਠੀਕ ਹੈ, ਸਾਰਾ ਕੁਝ ਠੀਕ ਹੈ, ਤੇ ਨਹੀਂ ਕਰਨਾ। ਫਿਰ ਘਰ ਦੇ ਕੇ ਬਈ ਹੁਣ ਕੀ, ਫਿਰ ਘਰਦਿਆਂ ਨੇ ਸੋਚਿਆ ਬਈ ਸਾਡੇ ਹੋ ਗਏ ਹੱਥ ਕੜੇ, ਹੁਣ ਤੂੰ ਕਰਾ ਲਾ ਵਿਆਹ, ਉਸ ਤੋਂ ਬਾਅਦ ਕਰੀ, ਤੂੰ ਬਿਜ਼ਨਸ ਕਰਨਾ ਹੈ ਤੂੰ ਤਾਂ ਕਰੀ, ਤੂੰ ਜੌਬ ਕਰਨੀ ਹੈ ਤੂੰ ਤਾਂ ਕਰੀ, ਤੂੰ ਕੁਛ ਵੀ ਕਰਨਾ ਹੈ ਤੂੰ ਤਾਂ ਕਰੀ, ਪਰ ਤੂੰ ਵਿਆਹ ਕਰਾ ਬਈ, ਕਿ ਵਿਆਹ ਤਾਂ ਕਰਾ ਸ਼ੁਰੂ, ਕਿ ਸ਼ਾਇਦ ਉਸ ਤੋਂ ਬਾਅਦ ਕਲੈਰਿਟੀ ਹੋ ਜਾਏ। ਫਿਰ ਮੈਂ ਕਿਹਾ ਕਿ ਬਸ ਇੱਕ ਸੈਡ ਪਾਰਟ ਉਹ ਮੈਨੂੰ ਕਰਨ ਦੋ, ਇੱਕ ਸੈਡ ਪਾਰਟ, ਉਸ ਤੋਂ ਬਾਅਦ ਜੋ ਫੈਸਲਾ ਆਇਆ ਉਹੀ ਯੂਜ਼ ਕਰਨਾ ਹੈ। ਜੇ ਉਹਦੇ ਤੇ ਆ ਗਿਆ ਕਿ ਤੂੰ CA ਕੰਟੀਨਿਊ ਕਰੀ, ਮੈਂ ਉਹ ਕਰਾਂਗੀ। ਜੇ ਉਹਦੇ ਤੇ ਆ ਗਿਆ ਕਿ ਤੂੰ ਵਿਆਹ ਕਰਾ ਲਾ, ਮੈਂ ਉਹੀ ਕਰਾਂਗੀ, ਕਿ ਫਿਰ ਮੈਂ ਕੁਝ ਕੁਐਸਚਨ ਨਹੀਂ ਕਰੂੰਗੀ। ਇਸ ਚੀਜ਼ ਦੀ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਕਿ ਮੇਰੇ ਘਰਦਿਆਂ ਨੇ ਫਿਰ ਤੋਂ ਇੱਕ ਵਾਰ ਮੇਰੇ ਤੇ ਭਰੋਸਾ ਦਿਖਾਉਂਦੇ ਹੋਏ ਕਹਿੰਦੇ ਚੱਲ ਠੀਕ ਹੈ ਯਾਰ, ਕਿ ਤੂੰ ਸੈਡ ਪਾਰਟੀ ਵੀ ਕਰ ਹੀ ਲੈ, ਹੁਣ ਤੇਰਾ ਕੁਝ ਰਹਿ ਨਾ ਜਾਏ। ਤੇ ਸਮਾਪਤੀ ਵੇਲੇ ਨਾ ਬਸ ਫਿਰ ਮੈਂ ਚਿੱਟ ਪਾਣੀਆਂ ਸੀ 2 ਜੰਜੀ। ਮੇਰਾ ਪਤਾ ਨਹੀਂ ਕਿਵੇਂ ਦਿਮਾਗ ਆਇਆ, ਮੈਂ ਉੱਪਰ ਗਈ, ਚਿੱਟਸ ਫਾੜੀਆਂ, ਤੇ ਮੈਂ ਯਾਰ ਮੇਰਾ ਡਿਸੀਜਨ ਲੈਣ ਦਾ ਹੀ ਤਰੀਕਾ, ਜੋ ਮੇਰੇ ਨਾਲ ਪਹਿਲੇ ਤੋਂ ਐਸੋਸੀਏਟਡ ਹੈ ਉਹਨਾਂ ਨੂੰ ਆਈਡੀਆ ਹੋਏਗਾ। ਮੈਂ ਪਰਚੀਆਂ ਹੀ ਪੜ੍ਹਨੀਆਂ ਜਦੋਂ ਮੈਂ ਬਹੁਤ ਕਨਫਿਊਜ਼ਨ ਚ ਜਾਂਦੀ। ਮੈਂ ਤੀਜੀ ਚਿੱਟ ਪਾਤੀ, ਸਾਈਕੋਲੋਜੀ। ਮੈਨੂੰ ਨਹੀਂ ਪਤਾ ਯਾਰ ਕਿੱਦਾਂ ਆਇਆ ਦਿਮਾਗ ਵਿੱਚ, ਕੀ ਆਇਆ, ਔਰ ਮੈਂ ਚੁੱਪਚਾਪ ਜਾ ਕੇ ਰੱਖਤੀਆਂ ਨੇ। ਮੈਂ ਅਰਦਾਸ ਕੀਤੀ ਸੱਚੇ ਦਿਲੋਂ ਕਿ ਰੱਬ ਜੀ ਜੋ ਤੁਸੀਂ ਕਹੋਗੇ, ਫਿਰ ਹੁਣ ਅੱਗੇ ਉਹੀ ਹੈ, ਕਿਉਂਕਿ ਹੁਣ ਮੇਰਾ ਗਿਵ ਅਪ ਹੈ, ਹੁਣ ਨਹੀਂ ਮੈਨੂੰ ਸਮਝ ਆ ਰਿਹਾ। ਤੇ ਫਿਰ ਵਹੀ ਮੈਂ ਚੱਕੀ ਸਾਈਕੋਲੋਜੀ। ਉਸ ਦਿਨ ਵੀ ਮੈਂ ਤਾਂ ਸਾਈਕੋਲੋਜੀ ਸਿਲੈਕਟ ਕਰ ਲਈ, ਬਟ ਕੀ ਮੈਨੂੰ ਜ਼ਰੀਆ ਪਤਾ ਹੈ, ਨਹੀਂ ਪਤਾ, ਕਿ ਮੈਨੂੰ ਪਤਾ ਕਿਵੇਂ ਕਰਨਾ।
ਬਟ ਉਸ ਦਿਨ ਵੀ ਮੇਰੇ ਮੰਮਾ ਪਾਪਾ ਇੱਕ ਵਾਰ ਡਿਸਅਪੁਆਇੰਟ ਹੋ ਗਏ ਸੀ। ਬਟ ਮੈਨੂੰ ਤਾਂ ਲੱਗਦਾ ਕਿ ਮੈਂ ਆਪਣੇ ਘਰਦਿਆਂ ਨੂੰ ਨਾ ਬਹੁਤ ਲੈਟ ਡਾਊਨ ਕੀਤਾ ਬਹੁਤ ਵਾਰ, ਕਿ ਉਹਨਾਂ ਦੀ ਉਮੀਦ ਏਦਾਂ ਹੋ ਗਈ ਸੀਗੀ ਤਾਂ ਮੇਰੇ ਮੰਮਾ ਏਦਾਂ ਹੋ ਗਏ ਸੀਗੇ ਕਿ ਕੀ ਉਸ ਦਿਨ ਵੀ ਅਸੀਂ ਪੂਰੀ ਰਾਤ ਸੁੱਤੇ ਨਹੀਂ ਹੈਗੇ ਕਿ ਕੀ ਕਰਨਾ ਹੈ, ਸਾਈਕੋਲੋਜੀ ਕਿਵੇਂ ਕਰਾਂਗੀ, ਕਿਉਂਕਿ ਲੌਜਿਕ ਨਹੀਂ ਹੈ ਇਹਦੇ ਪਿੱਛੇ। ਐਂਡ ਪੁਆਇੰਟ ਮੇਰਾ ਪ੍ਰੋਬਲਮ ਇਹੀ ਰਹੀ ਹੈ ਸਟਾਰਟਿੰਗ ਤੋਂ ਕਿ ਮੈਂ ਲੌਜਿਕ ਪਿੱਛੇ ਚੱਲੀ ਨਹੀਂ ਆ। ਔਰ ਜਿਹੜੇ ਮੇਰੀ ਫਰੈਂਡਸ਼ਿਪਸ ਵੀ ਜਾਂ ਜਿਹੜੀਆਂ ਮੇਰੀਆਂ ਰਿਸ਼ਤੇ ਵੀ ਇੰਨੇ ਨਹੀਂ ਨਿਭੇ ਨਾ, ਉਹਦਾ ਮੇਨ ਰੀਜ਼ਨ ਇਹ ਹੈ ਕਿ ਮੈਂ ਅੰਦਰਲੀ ਆਵਾਜ਼ ਨੂੰ ਕਿ ਮੈਨੂੰ ਨਹੀਂ ਸਹੀ ਲੱਗ ਰਿਹਾ ਤਾਂ ਨਹੀਂ ਸਹੀ ਲੱਗ ਰਿਹਾ, ਉਹਨੂੰ ਕਿਵੇਂ ਸਮਝਾਵਾਂ, ਕਿਵੇਂ ਕਰਾਂ, ਲੱਗ ਰਿਹਾ ਰੀਜ਼ਨ ਕੀ ਆ ਉਹਦੇ ਵਿੱਚ ਜ਼ਿਆਦਾ ਤਾਂ ਸਾਈਕੋਲੋਜੀ ਕਰ ਲਿਆ ਜੀ। ਪਰ ਇਹ ਹੈ ਕਿ ਫਿਰ ਇੱਥੋਂ ਨਾ ਮੈਂ ਇਹੀ ਚੀਜ਼ ਬੋਲਦੀ ਹਾਂ ਕਿ ਅੱਗੇ ਤੁਹਾਨੂੰ ਸਟੋਰੀ ਪਤਾ, ਮੈਂ ਸਾਈਕੋਲੋਜੀ ਕੀਤੀ, ਮੈਂ ਹਨਾ ਅੰਮ੍ਰਿਤਸਰ ਗਈ, ਸਾਰਾ ਕੁਝ ਹੋਇਆ, ਵਿਆਹ ਹੋ ਗਿਆ, ਚੀਜ਼ਾਂ ਹੁੰਦੀਆਂ ਗਈਆਂ ਬਟ ਉਹ ਸਾਈਕੋਲੋਜੀ ਤੱਕ ਵਾਲਾ ਫੇਜ਼ ਵਾਸ ਵੈਰੀ ਡਿਫਿਕਲਟ। ਸਾਈਕੋਲੋਜੀ ਤੋਂ ਬਾਅਦ ਲਾਸਟ ਸਮੈਸਟਰ ਹੋਣਾ ਸੀਗਾ ਤੇ ਕਰੋਨਾ ਆ ਗਿਆ ਜੀ, ਆਪਾਂ ਆ ਗਏ ਫਿਰ ਤੋਂ ਵਾਪਸ ਮੁਹਾਲੀ। ਹੁਣ ਫਿਰ ਨਹੀਂ ਪਤਾ, ਡਿਗਰੀ ਕੰਪਲੀਟ ਨਹੀਂ ਹੋਈ, ਹੁਣ ਕੀ ਕਰਨਾ। ਬਟ ਫਿਰ ਉਹੀ ਗੱਲ ਆ ਕਿ ਮੈਂ ਓਪਰਚੁਨਿਟੀਜ਼ ਉਸ ਟਾਈਮ ਤੱਕ ਮੈਨੂੰ ਪੱਕੀ ਹੋ ਚੁੱਕੀ ਸੀ ਕਿ ਓਪਰਚੁਨਿਟੀਜ਼ ਨੂੰ ਐਨਾਲਾਈਜ਼ ਕਰਨਾ, ਕਿਉਂਕਿ ਮੈਂ 1.5 ਸਾਲ ਇੰਡੀਪੈਂਡੈਂਟਲੀ ਆਪਣੇ ਆਪ ਨੂੰ ਦੇ ਕੇ ਆ ਚੁੱਕੀ ਸੀ ਕਿ ਕਿਵੇਂ ਆਪਣੇ ਆਪ ਨੂੰ ਮੈਨੇਜ ਕਰਨਾ ਹੈ, ਕਿਵੇਂ ਆਪਣੀਆਂ ਚੀਜ਼ਾਂ ਸਮਝਣੀਆਂ। ਮੈਂ ਸਾਈਕੋਲੋਜੀ ਕਿਸੇ ਹੋਰ ਵਾਸਤੇ ਨਹੀਂ ਕੀਤੀ ਸੀ, ਮੈਂ ਸਾਈਕੋਲੋਜੀ ਕੀਤੀ ਸੀ ਆਪਣੇ ਵਾਸਤੇ ਕਿ ਜੇ ਮੈਂ ਇਹ ਚੀਜ਼ਾਂ ਨਾਲ ਡੀਲ ਕਰ ਰਹੀ ਹਾਂ ਕਿ ਲੋਕੀ ਵੀ ਇਸ ਚੀਜ਼ ਨਾਲ ਡੀਲ ਕਰਦੇ ਹੋਣਗੇ। ਜੇ ਮੈਂ ਕਿਸੇ ਨੂੰ ਦੱਸ ਨਹੀਂ ਪਾ ਰਹੀ, ਸਮਝਾ ਨਹੀਂ ਪਾ ਰਹੀ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ, ਕਿ ਲੋਕੀ ਵੀ ਇਸ ਚੀਜ਼ ਨਾਲ ਡੀਲ ਕਰਦੇ ਹੋਣਗੇ, ਅਗਰ ਹਾਂ ਤਾਂ ਫਿਰ ਇੱਕ ਵਾਰ ਪੜ੍ਹ ਕੇ ਦੇਖਦੀ ਹਾਂ ਕਿ ਇਹਦੇ ਪਿੱਛੇ। ਔਰ ਟਰਸਟ ਮੀ ਏਦਾਂ ਹੁੰਦਾ, ਏਦਾਂ ਸਾਡੇ ਨਾਲ ਨਹੀਂ ਹੋ ਰਿਹਾ, ਸਾਡੇ ਪੇਰੈਂਟਸ ਨਾਲ ਵੀ ਹੋਇਆ ਹੋਏਗਾ, ਆਉਣ ਵਾਲੀ ਜਨਰੇਸ਼ਨ ਨਾਲ ਵੀ ਹੋਏਗਾ। ਹਰ ਕਿਸੇ ਇਨਸਾਨ ਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਏਦਾਂ ਲੱਗਦਾ ਕਿ ਯਾਰ ਮੈਂ ਆਪਣੇ ਲਵਡ ਵਨਸ ਨੂੰ ਵੀ ਆਪਣੀ ਪ੍ਰੋਬਲਮ ਨਹੀਂ ਸਮਝਾ ਪਾ ਰਿਹਾ, ਆਪਣੀ ਦਿਲ ਦੀ ਇੱਛਾ ਨਹੀਂ ਸਮਝਾ ਪਾ ਰਿਹਾ। ਬਟ ਉਹਦੇ ਵਿੱਚ ਨਾ ਮਤਲਬ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਕਹੂੰਗੀ ਕਿ ਤੁਸੀਂ ਇੰਸਟੈਡ ਆਫ ਗਿਵਿੰਗ ਅਪ ਤਰੀਕੇ ਲੱਭੋ ਕਿ ਮੈਂ ਕਿਵੇਂ ਕਰ ਪਾਵਾਂਗਾ ਐਕਸਪ੍ਰੈਸ। ਸਹੀ ਗੱਲ ਹੈ। ਆਪਣੇ ਦਿਲ ਦੀ ਆਵਾਜ਼ ਨੂੰ ਮੈਂ ਖੁਦ ਸੁਣ ਸਕਦਾ ਜਾਂ ਫਿਰ ਕਿਸੇ ਹੋਰ ਨੂੰ ਸੁਣਾ ਕੇ ਹੈਲਪ ਲੈ ਸਕਦਾ, whatever the reason is। ਬਟ ਉਹ ਫੇਸ ਐਂਡ ਉਸ ਤੋਂ ਬਾਅਦ IPB ਵਿੱਚ ਜੌਬ ਲਈ ਇੰਟਰਵਿਊ ਲਈ ਜਾਣਾ, ਮੇਰੇ ਵਰਗੀ ਕੁੜੀ ਲਈ ਜੋ ਕਿੱਥੇ ਨਹੀਂ ਜਾ ਸਕਦੀ, ਜਿਹਨੇ ਸੋਚਿਆ ਹੀ ਨਹੀਂ ਮੈਂ ਜੌਬ ਕਰਾਂਗੀ, ਮੇਰੇ ਘਰਦਿਆਂ ਨੂੰ ਉਮੀਦ ਨਹੀਂ ਮੈਂ ਜੌਬ ਕਰਾਂਗੀ, ਗਈ ਇੰਟਰਵਿਊ ਵਾਸਤੇ ਤਿਆਰੀ ਕੀਤੀ, ਸਾਰਾ ਕੁਝ ਕੀਤਾ, ਜੌਬ ਅਗੇਨ ਮੇਰੀ ਵੀ 15,000 ਦੀ ਲੱਗੀ। ਤਾਂ ਅੱਜ ਕੱਲ੍ਹ ਜਦੋਂ ਬੱਚੇ ਇਹ ਕਹਿੰਦੇ ਨੇ ਨਾ ਮੈਨੂੰ ਕਿ ਮੈਮ ਸਾਡਾ ਗੁਜ਼ਾਰਾ ਕਿਵੇਂ ਹੋਏਗਾ ਤੇ ਅਸੀਂ ਕਿਵੇਂ ਸਰਵਾਈਵ ਕਰਾਂਗੇ, ਅਸੀਂ ਤਾਂ ਇੰਨੇ ਪੜ੍ਹੇ ਲਿਖੇ ਹਾਂ, ਸਾਡੇ ਤੋਂ ਐਕਸਟਰਾ ਕੰਮ ਕਰਾ ਰਹੇ ਨੇ। ਜੇ ਤੁਸੀਂ ਜੌਬ ਲੈਣੀ ਹੈ, ਤੁਹਾਡੇ ਕੋਲ ਜੌਬ ਵਰਗਾ ਰਾਈਟ ਐਟੀਟਿਊਡ ਹੋਣਾ ਚਾਹੀਦਾ। ਜੌਬ 'ਚ ਨਖਰਾ ਨਹੀਂ ਹੁੰਦਾ ਜੀ, ਜਦੋਂ ਤੱਕ ਤੁਸੀਂ ਇੱਕ ਸਰਟਨ ਲੈਵਲ ਤੇ ਨਹੀਂ ਪਹੁੰਚਦੇ ਉਦੋਂ ਤੱਕ ਤੁਹਾਨੂੰ ਇਹ ਸਮਝ ਕੇ ਕੰਮ ਕਰਨਾ ਪੈਂਦਾ ਕਿ ਅਸੀਂ ਇੰਨਾ ਕੰਮ ਕਰੀਏ ਕਿ ਅਸੀਂ ਉਸ ਲੈਵਲ ਤੇ ਪਹੁੰਚ ਜਾਈਏ ਤੇ ਜਿੱਥੇ ਅਸੀਂ ਆਪਣੀ ਮਨਮਾਨੀ ਕਰ ਪਾਈਏ। ਐਗਜ਼ੈਕਟਲੀ। ਐਂਡ ਆਪਾਂ ਕਹਿੰਦੇ ਆ ਨਾ ਕਿ ਜੌਬਸ ਦੀ ਕਮੀ ਹੈ, ਜੌਬਸ ਦੀ ਕਮੀ ਨਹੀਂ ਹੈ, ਐਟੀਟਿਊਡ ਦੀ ਕਮੀ ਹੈ। ਐਟੀਟਿਊਡ ਦੀ ਕਮੀ ਆ, ਕਿਉਂਕਿ ਜਿਹੜੇ EMPLOYERS ਨੇ ਜਿਨ੍ਹਾਂ ਨੇ ਸੈਲਰੀ ਦੇਣੀ ਹੈ ਤੁਹਾਨੂੰ, ਉਹ ਕਹਿੰਦੇ ਨੇ ਸਾਨੂੰ ਕੰਮ ਕਰਨ ਵਾਲਾ ਹੀ ਬੰਦਾ ਲੱਭਦਾ ਨਹੀਂ ਹੈਗਾ। ਹੁਣ ਬਾਹਰ ਵੀ ਤਾਂ ਯਾਰ ਆਪਾਂ 25-30 ਲੱਖ ਰੁਪਇਆ ਲਾ ਕੇ ਹੈਨਾ, ਫਿਰ ਉਸ ਤੋਂ ਬਾਅਦ ਆਪਾਂ ਉੱਥੇ ਜਾ ਕੇ ਤਾਂ ਆਪਾਂ 5 ਸਾਲ ਦੀ ਸਟਾਰਟਿੰਗ ਵਿੱਚ ਤਾਂ ਆਪਾਂ ਔਡ ਜੌਬਸ ਹੀ ਕਰਦੇ ਆ ਔਰ ਨਾ। ਉੱਥੋਂ ਦੇਖੋ ਛੋਟੀ ਤੋਂ ਛੋਟੀ ਚੀਜ਼ ਵੀ ਕਰ ਲੈਂਦੇ ਆ, ਲੇਕਿਨ ਝਿਜਕਦੇ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਸਾਡਾ ਐਟੀਟਿਊਡ ਚੇਂਜ ਹੋ ਗਿਆ। ਚੱਕਰ ਇਹ ਹੈ ਕਿ ਉੱਥੇ ਦਾ এনवायरमेंट ਹੈ ਜਿਹੜਾ, ਉੱਥੇ ਜਿਹੜਾ ਕਲਚਰ ਔਰ ਡਿਮਾਂਡ ਉਹ ਚੀਜ਼ ਦੀ ਕਰਦਾ, ਔਰ ਤੁਹਾਡੇ ਕੋਲ ਆਪਸ਼ਨ ਨਹੀਂ ਹੈ। ਇੱਥੇ ਸਾਨੂੰ ਪਤਾ ਹੈ ਕਿ ਜੇ ਨਹੀਂ ਹੈਗਾ ਤਾਂ ਘਰਦਿਆਂ ਨੇ ਰੋਟੀਆਂ ਦੇ ਹੀ ਦੇਣੀਆਂ, ਘਰਦਿਆਂ ਨੇ ਰੋਟੀਆਂ ਵੀ ਦੇ ਦੇਣੀਆਂ। ਔਰ ਇੱਥੇ ਬੱਚੇ ਮੈਨੂੰ ਕੁਐਸਚਨ ਕਰ ਰਹੇ ਹੁੰਦੇ ਆ ਕਿ ਸਾਡਾ ਸਰਵਾਈਵਲ ਕਿਵੇਂ ਹੋਏਗਾ, 15,000 ਤਾਂ ਕੁਝ ਵੀ ਨਹੀਂ ਹੁੰਦਾ। ਮੈਂ ਕਿਹਾ ਯਾਰ ਮੈਂ ਵੀ ਕੀਤਾ, ਏਦਾਂ ਨਹੀਂ ਹੈ ਕਿ ਮੈਂ ਨਹੀਂ ਕੀਤਾ ਤੇ ਮੈਂ ਤੁਹਾਨੂੰ ਦੂਜੀਆਂ ਗੱਲਾਂ ਦੱਸ ਰਹੀ ਹਾਂ। ਜੌਬ ਦੀ ਕਮੀ ਨਹੀਂ ਹੈ, ਨਹੀਂ ਸਮਝ ਆ ਰਿਹਾ ਕਿ ਕਿਵੇਂ ਰੀਚ ਕਰਨਾ ਆਪਣੇ ਟਾਰਗੇਟ ਤੇ, ਸ਼ੁਰੂਆਤ ਛੋਟੇ ਤੋਂ ਕਰ ਲਓ। ਅਗਰ ਇਹ ਪਤਾ ਹੈ ਕਿ ਐਗਜ਼ੈਕਟਲੀ ਵੱਡੇ ਲੈਵਲ ਤੱਕ ਕਿਵੇਂ ਪਹੁੰਚਣਾ, ਉਹਦੇ ਲਈ ਮਿਹਨਤ ਕਰ ਲਓ। ਅਗਰ ਬਾਹਰ ਜਾਣਾ ਹੈ, ਆਇਲਸ ਤੇ ਜ਼ੋਰ ਦੇ ਲਓ। ਸਹੀ ਹੈ। ਦੂਜੇ ਪਾਸੇ ਸ਼ਾਰਟਕਟਸ ਨਾ ਲੱਭੋ, ਬਟ ਮਿਹਨਤ ਕਰਨ ਤੋਂ ਨਾ ਭੱਜੋ। ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਜਿਹੜੀ ਮਿਹਨਤ ਹੈ ਉਹਨੇ ਹੀ ਤੁਹਾਨੂੰ ਅੱਗੇ ਵਧਾਉਣਾ। ਵਿਦਆਊਟ ਮਿਹਨਤ ਤੁਸੀਂ ਅੱਗੇ ਵਧ ਨਹੀਂ ਸਕਦੇ। ਹਾਂ, ਜਿਹੜੀ ਆ ਆਪਣੇ ਅੰਦਰ ਨੈਗੇਟਿਵ ਥਾਟਸ ਆਉਂਦੇ ਨੇ, ਇਹ ਸਿਰਫ ਤੁਹਾਨੂੰ ਪਿੱਛੇ ਨੂੰ ਖਿੱਚ ਸਕਦੀ ਹੈ ਚੀਜ਼। ਇਹਦੇ ਨਾਲ ਕਦੇ ਵੀ ਤੁਸੀਂ ਅੱਗੇ ਨਹੀਂ ਵਧ ਸਕਦੇ। ਅੱਗੇ ਕਦੋਂ ਵਧੋਗੇ? ਜਦੋਂ ਇਹ ਸੋਚ ਲਓਗੇ ਕਿ ਜੋ ਅੱਜ ਹੈਗਾ ਇਹਦੇ ਨਾਲੋਂ ਬੈਟਰ ਲੈਣ ਲਈ ਮੈਨੂੰ ਕੀ ਕਰਨਾ ਪੈਣਾ। ਆਪਣੇ ਆਪ ਲਈ ਆਪਣੇ ਆਪ ਨੂੰ ਸਵਾਲ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਆਪ ਨਾਲ ਸਹੀ ਸਵਾਲ ਨਹੀਂ ਕਰਦੇ ਹੈਗੇ ਤਾਂ ਉਹਦਾ ਸਹੀ ਜਵਾਬ ਮਿਲਣਾ ਬਹੁਤ ਮੁਸ਼ਕਿਲ ਆ। ਸੋ ਸਵਾਲ ਪਹਿਲਾਂ ਸਹੀ ਕਰੋ, ਫਿਰ ਉਹਦਾ ਜਵਾਬ ਸਹੀ ਮਿਲੂਗਾ। ਤੇ ਇੱਕ ਹੋਰ ਗੱਲ ਵੈਰੀ ਇੰਪੋਰਟੈਂਟ,
ਕਿ ਤੁਸੀਂ ਉਹ ਜਰਨੀ ਨਹੀਂ ਦੇਖੀ ਜੋ ਰੱਬ ਜੀ ਨੇ ਤੁਹਾਡੇ ਵਾਸਤੇ ਦੇਖ ਰੱਖਿਆ ਹੈ। ਜੇ ਤੁਸੀਂ ਰੱਬ ਜੀ ਤੇ ਭਰੋਸਾ ਰੱਖਦੇ ਹੋ, ਦੇਖੋ ਜੇ ਨਹੀਂ ਰੱਖਦੇ ਨਾ, ਮੈਂ ਕਹੂੰਗੀ ਰੱਖਣਾ ਸ਼ੁਰੂ ਕਰ ਦਿਓ। ਕਿਉਂਕਿ ਰੱਬ ਜੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਕੌਣ ਉਹਨਾਂ ਨੂੰ ਮੰਨ ਰਿਹਾ, ਕੌਣ ਉਹਨਾਂ ਨੂੰ ਨਹੀਂ ਮੰਨ ਰਿਹਾ। Exactly. ਉਹਨਾਂ ਦੇ ਬੱਚੇ ਸਾਰੇ ਨੇ, ਉਹਨਾਂ ਨੇ ਖਾਣ ਪੀਣ ਦਾ ਧਿਆਨ ਸਾਰਿਆਂ ਦਾ ਰੱਖਣਾ। ਬਟ ਜੇ ਰੱਬ ਜੀ ਤੇ ਭਰੋਸਾ ਰੱਖਿਆ, ਜੇ ਉਹ ਇੰਨੀ ਕਾਇਨਾਤ ਬਣਾ ਸਕਦੇ ਨੇ, ਦੁਨੀਆ ਬਣਾ ਸਕਦੇ ਨੇ, ਸਾਨੂੰ ਬਣਾ ਸਕਦੇ ਨੇ, ਫਿਰ ਉਹਨਾਂ ਨੇ ਸਾਨੂੰ ਨਕਾਰਾ ਬਣਾ ਕੇ ਤਾਂ ਨਹੀਂ ਭੇਜਿਆ, ਫੇਲੀਅਰ ਬਣਾ ਕੇ ਤਾਂ ਨਹੀਂ ਭੇਜਿਆ। ਜਦ ਰੱਬ ਜੀ ਦੇ ਬਣਾਏ ਹੋਏ ਪੌਦੇ ਇੰਨੇ ਸੋਹਣੇ ਹੋ ਸਕਦੇ ਨੇ, ਫਿਰ ਅਸੀਂ ਤਾਂ ਫੇਰ ਇਨਸਾਨ ਆ। ਤਾਂ ਰੱਬ ਜੀ ਨੇ ਸਾਡੇ ਸਾਰਿਆਂ ਵਿੱਚ ਇੱਕ ਖੂਬੀ ਪਾਈ ਹੈ। ਔਰ ਆਹ ਜਿਵੇਂ ਮਨਵੀਤ ਗੱਲ ਕਰ ਰਹੀ ਹੈ ਨਾ, ਦੇਖੋ ਦੋਸਤੋ, ਜਿਹੜਾ ਟੈਲੈਂਟ ਹੁੰਦਾ ਉਹ ਇਨਬਿਲਟ ਹੁੰਦਾ। ਜਿਵੇਂ ਮੰਨ ਕੇ ਚੱਲੋ ਕਿ ਅਸੀਂ ਕੋਈ ਵੀ ਬੰਦਾ, ਆਪਾਂ ਕਿਸੇ ਦਾ ਗਿਨੀਜ਼ ਵਰਲਡ ਆਫ ਰਿਕਾਰਡ 'ਚ ਦੇਖਦੇ ਹਾਂ, ਕਿਸੇ ਨੂੰ ਕਰੰਟ ਨਹੀਂ ਲੱਗ ਰਿਹਾ, ਕਿਸੇ ਨੂੰ ਕੁਝ, ਇਹ ਟੈਲੈਂਟ ਆ। ਜਿਹੜੇ ਸਕਿੱਲਸ ਹੁੰਦੇ ਨੇ ਨਾ ਦੋਸਤੋ, ਇਹ ਅਸੀਂ ਲਾਈਫ ਟਾਈਮ ਸਿੱਖਦੇ ਹਾਂ। ਇਹ ਸਾਡੀ ਜ਼ਿੰਦਗੀ ਦੀ ਰਨਿੰਗ ਕਹਿੰਦੇ ਹੁੰਦੇ ਨੇ ਕਿ ਵਰਕਿੰਗ ਆ, ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਵੀ ਅਗਰ ਕਿਸੇ ਮੰਨ ਕੇ ਚਲੋ ਮੈਂ ਤੁਹਾਡੇ ਨਾਲ 20 ਵਾਰ ਗੱਲ ਕਰ ਲਈ, ਜਿਹੜੀ ਮੈਂ ਗੱਲ ਪਹਿਲੀ ਵਾਰ ਕੀਤੀ ਹੋਊਗੀ ਤੇ ਮੈਂ 20ਵੀਂ ਵਾਰ ਕੀਤੀ ਹੋਊਗੀ, ਮੈਂ ਆਪਣੀ ਸਕਿੱਲ ਨੂੰ ਡਿਵੈਲਪ ਕਰਿਆ ਬੋਲਣ ਵਾਲੇ ਨੂੰ। ਤਾਂ ਸਕਿੱਲਸ ਹੀ ਲਾਈਫ ਦੇ ਵਿੱਚ ਸਿੱਖਣੇ ਹੁੰਦੇ ਨੇ। ਜੋ ਟੈਲੈਂਟ ਆ ਉਹ ਤਾਂ ਬਾਈ ਡਿਫਾਲਟ ਆ ਜੀ, ਉਹ ਤਾਂ ਤੁਹਾਨੂੰ ਜੋ ਮਿਲ ਗਿਆ ਪਰਮਾਤਮਾ ਵੱਲੋਂ, ਜੋ ਮਨਵੀਤ ਗੱਲ ਕਰ ਰਹੀ ਆ। ਲੇਕਿਨ ਸਕਿੱਲਸ ਤੇ ਕੰਮ ਕੀਤਾ ਜਾ ਸਕਦਾ ਦੋਸਤੋ, ਜਿਹਦੇ ਨਾਲ ਤੁਹਾਡੀ ਪਰਸਨਲ ਡਿਵੈਲਪਮੈਂਟ ਹੁੰਦੀ। ਹਾਂ, ਮਤਲਬ ਅਗਰ ਵਿਲਿੰਗਨੈਸ ਰੱਖੋਗੇ ਨਾ, ਤੇ ਅਗਰ ਭਰੋਸਾ ਰੱਖੋਗੇ, ਕਿਉਂਕਿ ਗਿਵ ਅਪ ਕਰਨ 'ਚ ਯਾਰ ਕੀ ਹੈ, ਦੇਖੋ ਮੌਤ ਤਾਂ ਉਦੋਂ ਹੀ ਆਣੀ ਹੈ ਜਦੋਂ ਆਣੀ ਹੈ। ਅਸੀਂ ਚਾਹ ਕੇ ਵੀ ਲਿਆ ਨਹੀਂ ਸਕਦੇ ਉਹਨੂੰ, ਹੈਨਾ। ਤਾਂ ਕਿਉਂ ਨਾ ਖੂਬਸੂਰਤੀ ਨਾਲ ਇਸ ਜੀਵਨ ਨੂੰ ਇੰਜੋਏ ਕੀਤਾ ਜਾਏ, ਕਿਉਂ ਨਾ ਇਸ ਹਰ ਦਿਨ ਦਾ ਸ਼ੁਕਰ ਕੀਤਾ ਜਾਏ, ਤੇ ਇਹ ਦੇਖਿਆ ਜਾਏ ਕਿ ਮੈਂ ਆਪਣੇ ਲਈ, ਆਪਣੇ ਘਰਦਿਆਂ ਲਈ, ਸੁਸਾਇਟੀ ਲਈ ਕਿਵੇਂ ਕੰਮ ਚ ਆ ਸਕਦਾ। ਤੇ ਅਗਰ ਤੁਹਾਨੂੰ ਇਦਾਂ ਲੱਗ ਰਿਹਾ ਨਾ ਕਿ ਇੱਕ ਕਮਰੇ 'ਚ ਬੰਦ ਹੋ ਕੇ ਬਹੁਤ ਥਾਟਸ ਤੁਹਾਨੂੰ ਡਿਸਟਰਬ ਕਰ ਰਹੇ ਨੇ, ਆਪਣੀ ਜਗ੍ਹਾ ਚੇਂਜ ਕਰੋ, ਹਵਾ 'ਚ ਨਿਕਲ ਜਾਓ, ਖੁੱਲੀ ਹਵਾ 'ਚ ਜਾਓ, ਕੁਝ ਐਕਟੀਵਿਟੀ ਕਰੋ, ਕੁਝ ਬੋਡੀ ਦੀ ਮੂਵਮੈਂਟ ਕਰੋ, ਇਰਾਦਾ ਨਾ ਚੇਂਜ ਕਰੋ। ਜਿਵੇਂ ਜਾਨ ਜੀ ਨੇ ਕਿਹਾ ਨਾ, ਬਹੁਤ ਸਹੀ ਗੱਲ ਹੈ ਕਿ ਜਿਵੇਂ ਉੱਥੇ ਉਹ ਕ੍ਰਿਕਟ ਖੇਲਣ ਚਲੇ ਗਏ ਉਸ ਟਾਈਮ, ਜਾਂ ਖੇਲਣ ਚਲੇ ਗਏ ਜਦੋਂ ਮਾਈਂਡ 'ਚ ਥਾਟ ਆਇਆ, ਉਹ ਜਗ੍ਹਾ ਚੇਂਜ ਕਰਨੀ ਬਹੁਤ ਜ਼ਰੂਰੀ ਹੈ। ਤੁਹਾਡੇ ਮਾਈਂਡ 'ਚ ਕੁਝ ਵੀ ਨੈਗੇਟਿਵ ਆ ਰਿਹਾ, ਉੱਥੋਂ ਪਹਿਲਾਂ ਉਠੋ, ਆਪਣੇ ਆਪ ਨੂੰ ਫਰੈਸ਼ ਏਅਰ ਦਿਓ। ਥਾਟ ਨਾਲ ਤੁਹਾਡੀ ਜ਼ਿੰਦਗੀ ਖਰਾਬ ਹੋ ਰਹੀ ਆ, ਉਦਾਂ ਦੀ ਜਗ੍ਹਾ ਤੇ ਉਸ ਟਾਈਮ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ। ਹੋ ਸਕਦਾ ਅਲੱਗ ਜਗ੍ਹਾ ਤੇ 4 ਬੰਦੇ ਇਦਾਂ ਦੇ ਮਿਲ ਜਾਣ, ਜਾਂ ਨਾ ਵੀ ਮਿਲਣ, ਕੁਦਰਤ ਨਾਲ ਤੁਸੀਂ ਕੋਈ ਗੱਲ ਕਰ ਲਓ, ਅਲੱਗ ਜਗ੍ਹਾ ਜਾ ਕੇ ਨਵੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਇਰਾਦਾ, ਥਾਟ ਪ੍ਰੋਸੈਸ ਚੇਂਜ ਹੋਊਗਾ। ਜਦੋਂ ਉਹ ਬਦਲੇਗਾ ਤੇ ਇਰਾਦਾ ਆਟੋਮੈਟਿਕਲੀ ਚੇਂਜ ਹੋਣਾ। ਸੋ ਘਬਰਾਓ ਨਾ, ਅਸੀਂ ਸਾਰੇ ਇੱਕੋ ਜਿਹੇ ਆ, ਤੇ ਅਸੀਂ ਸਾਰੇ ਤੁਹਾਡੇ ਨਾਲ ਏਦਾਂ। ਮੇਨ ਪਰਪਸ ਇਹ ਸੀ ਜੀ ਇੱਕ ਵੀਡੀਓ ਦਾ, ਕਿ ਆਪਾਂ ਸਾਰੇ ਇੱਕੋ ਹਾਂ, ਵੀ ਆਰ ਔਨ ਅ ਸੇਮ ਟਰੈਕ। ਸਭ ਦੀ ਲਾਈਫ ਦੇ ਵਿੱਚ ਸਟਰਗਲ ਹੋਇਆ, ਹੁਣ ਵੀ ਚੱਲ ਰਿਹਾ, ਚੱਲਦਾ ਵੀ ਰਹਿਣਾ, ਇਹ ਲਾਈਫ ਦਾ ਇਹ ਤਾਂ ਸਾਡਾ ਲਾਈਫ ਦਾ ਦੂਜਾ ਪਾਰਟ ਹੈ। ਜੇ ਇਹ ਸੁਣੋਗੇ ਨਾ, ਇਹਦੇ 'ਚ ਹੋਰ ਵੀ ਸਟਰਗਲ ਹੈ, ਤਾਂ ਇਹ ਚੱਲਦਾ ਹੀ ਰਹਿਣਾ। ਬਸ ਹਿੰਮਤ ਨਾ ਹਾਰਿਓ, ਲੱਗੇ ਰਹੋ, ਤੇ ਰੱਬ ਜੀ ਅੰਗ ਸੰਗ ਸਹਾਈ ਹੋਣਗੇ। ਸੋ ਸਾਰੇ ਆਪਣਾ ਧਿਆਨ ਰੱਖਿਓ ਜੀ। ਅਸੀਂ ਤੁਹਾਨੂੰ ਮਿਲਦੇ ਅਗਲੀ ਵੀਡੀਓ ਨਾਲ। ਟਿਲ ਦੈਨ ਟੇਕ ਕੇਅਰ ਆਫ ਯੋਰਸੈਲਵਸ ਜੀ। ਰੱਬ ਰੱਖੇ ਜੀ।